अच्छा प्यारे दर्शकों सत श्री अकाल नमस्कार आदाब। ਅੱਜ ਅਸੀਂ ਪੰਜਾਬ ਵਿੱਚ ਤੀਜੇ ਬਦਲ ਦੀਆਂ ਕੀ ਸੰਭਾਵਨਾਵਾਂ ਨੇ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨੀ ਹੈ। ਪਰ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਜਿਹੜੀ ਭਾਰਤ ਦੇ ਵਿੱਚ ਕੀ ਵਾਪਰ ਰਿਹਾ ਥੋੜਾ ਪੰਜਾਬ ਤੇ ਕਰੋਨਾ ਮਹਾਮਾਰੀ ਦੀ ਗੱਲ ਜ਼ਰੂਰ ਥੋੜੀ ਜਿਹੀ ਹਿੰਟ ਮਾਤਰ ਜਿਹੜੀ ਹੈ ਸੰਕੇਤ ਮਾਤਰ ਕਰਾਂਗੇ। ਦੋਨਾਂ ਦੇਸ਼ਾਂ ਦੇ ਵਿੱਚ ਭਾਰਤ ਤੇ ਚੀਨ ਦੇ ਵਿਚਾਲੇ ਜਿਹੜਾ ਗਾਲਵਨ ਵੈਲੀ ਹੈ ਵਾਦੀ ਹੈ ਜਿਹੜੀ ਲਦਾਖ ਦੇ ਵਿੱਚ ਉਹਨੂੰ ਲੈ ਕੇ ਟਕਰਾਅ ਦੀ ਸਥਿਤੀ ਬਰਕਰਾਰ ਹੈ। ਪੰਜਾਬ ਦੇ ਵਿੱਚ ਤੇ ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚ ਬਹੁਤ ਰੋਸ ਹੈ 20 ਜਵਾਨਾਂ ਦੇ ਮਾਰੇ ਜਾਣ ਦਾ, ਉਹਨਾਂ ਦੀ ਸ਼ਹਾਦਤ ਨੂੰ ਲੈ ਕੇ। ਉਹਨਾਂ ਵਿੱਚ ਪੰਜਾਬ ਦੇ 4 ਨੌਜਵਾਨ ਸੀਗੇ। ਇਹਨਾਂ ਨੂੰ ਲੈ ਕੇ ਕਾਫੀ ਗਰਮਾ ਗਰਮੀ ਹੋ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਹੈ ਵੀ ਜੇ ਸਾਡੇ ਚੀਨ ਵਾਲੇ 1 ਮਾਰਦੇ ਸਾਨੂੰ 3 ਮਾਰਨੇ ਚਾਹੀਦੇ, ਇਹੋ ਜਿਹਾ ਉਹਨਾਂ ਦਾ ਬਿਆਨ ਹੈ। ਉਹ ਕਹਿੰਦੇ ਮੈਂ ਇਹ ਬਿਆਨ ਇੱਕ ਫੌਜੀ ਹੋਣ ਦੇ ਨਾਤੇ ਦੇ ਰਿਹਾ ਤੇ ਉਸ ਦੇ ਨਾਲ ਹੀ ਸਾਡੇ ਦੇਸ਼ ਦੇ ਵਿੱਚ ਇਹ ਸਵਾਲ ਪੁੱਛਿਆ ਜਾ ਰਿਹਾ ਸਰਕਾਰ ਨੂੰ ਵੀ ਜਿਹੜੇ ਸਾਡੇ ਫੌਜੀ ਕਿਉਂ ਮਾਰੇ ਗਏ, ਕਿਉਂ ਨਹੀਂ ਉਹਨਾਂ ਨੂੰ ਗੋਲੀ ਚਲਾਉਣ ਦਾ ਹੱਕ ਸੀਗਾ। ਇਹ ਗੱਲਾਂ ਜਿਹੜੀਆਂ ਭਾਰਤੀ ਸਿਆਸਤ ਦੇ ਵਿੱਚ ਹੋ ਰਹੀਆਂ ਨੇ। ਕਾਂਗਰਸ ਵੀ ਇਸ ਗੱਲ ਨੂੰ ਲੈ ਕੇ ਚੱਲੀ ਆ। ਕੁਝ ਇਹ ਗੱਲਾਂ ਹੋ ਰਹੀਆਂ ਕਿ ਚੀਨ ਦੇ ਜਿਹੜਾ ਸਾਜੋ ਸਮਾਨ ਦਾ ਬਾਈਕਾਟ ਕੀਤਾ ਜਾਵੇ ਤੇ ਦੂਜੇ ਪਾਸੇ ਜਿਹੜੀ ਬੈਕਡੋਰ ਡਿਪਲੋਮੈਸੀ ਵੀ ਇਸ ਗੱਲ ਨੂੰ ਲੈ ਕੇ ਚੱਲ ਰਹੀ ਹੈ ਕਿ ਦੋਨਾਂ ਦੇਸ਼ਾਂ ਦੇ ਵਿਚਾਲੇ ਟਕਰਾਅ ਨਾ ਹੋਵੇ, ਟਕਰਾਅ ਨੂੰ ਟਾਲਿਆ ਜਾਵੇ ਕਿਉਂਕਿ ਦੋਨਾਂ ਦੇਸ਼ਾਂ ਦੇ ਆਰਥਿਕ ਇੰਟਰਸਟ ਕਾਫੀ ਸਾਂਝੇ ਨੇ। ਪਰ ਇਸ ਗੱਲ ਨੂੰ ਲੈ ਕੇ ਵੀ ਕਾਫੀ ਨਾਰਾਜ਼ਗੀ ਹੈ ਕਿ ਚੀਨ ਲਗਾਤਾਰ ਸ਼ਰਾਰਤਾਂ ਕਰਦਾ ਆ ਰਿਹਾ ਹੈ। ਕਦੇ ਉਹ ਕਿਸੇ ਹਿੱਸੇ ਦੇ ਵਿੱਚ ਝਗੜੇ ਦੀ ਗੱਲ ਕਰਦਾ, ਕਦੇ ਕਿਸੇ ਹਿੱਸੇ ਦੇ ਉੱਪਰ ਕਬਜ਼ੇ ਦੀ ਗੱਲ ਕਰਦਾ, ਅਰੁਣਾਚਲ ਦੀ ਕਦੇ ਗੱਲ ਕਰਦਾ, ਕਦੇ ਸਿੱਕਮ ਦੀ ਗੱਲ ਕਰਦਾ, ਕਦੇ ਕਿਸੇ ਹੋਰ ਮਾਮਲੇ ਨੂੰ ਲੈ ਕੇ ਗੱਲਬਾਤ ਚੱਲਦੀ ਰਹਿੰਦੀ ਹੈ। ਟਕਰਾਅ ਦੀ ਨੀਤੀ ਹੈਗੀ ਆ, ਉਹਦੀ ਪਸਾਰਵਾਦੀ ਨੀਤੀ ਹੈਗੀ ਆ ਜਿਹਦਾ ਭਾਰਤ ਨੂੰ ਕਾਫੀ ਦੇਰ ਤੋਂ ਸਾਹਮਣਾ ਕਰਨਾ ਪੈ ਰਿਹਾ। ਅਗਲੇ ਦਿਨਾਂ 'ਚ ਕੀ ਹੋਏਗਾ ਇਹ ਕਹਿਣਾ ਹਾਲ ਦੀ ਘੜੀ ਮੁਸ਼ਕਲ ਹੈ। ਪਰ ਇਸ ਗੱਲ ਲਈ ਯਤਨ ਹੋ ਰਹੇ ਹੈ ਕਿ ਜਦੋਂ ਪੂਰੀ ਦੁਨੀਆ ਜਿਹੜੀ ਹੈ ਕਰੋਨਾ ਮਹਾਮਾਰੀ ਦਾ ਟਾਕਰਾ ਕਰ ਰਹੀ ਹੈ, ਸਾਹਮਣਾ ਕਰ ਰਹੀ ਹੈ, ਤੇ ਭਾਰਤ ਨੂੰ ਵੀ ਕਰੋਨਾ ਮਹਾਮਾਰੀ ਦਾ ਬਹੁਤ ਵੱਡੇ ਪੱਧਰ ਤੇ ਸਾਹਮਣਾ ਕਰਨਾ ਪੈ ਰਿਹਾ। ਖਾਸ ਕਰਕੇ ਸਾਡੇ 4-5 ਜਿਹੜੇ ਜਗ੍ਹਾ ਨੇ ਜਿਵੇਂ ਵੱਡੇ ਸ਼ਹਿਰ ਨੇ ਉਹਨਾਂ ਦੇ ਵਿੱਚ ਕਾਫੀ ਇਹ ਪ੍ਰੋਬਲਮ ਆ ਰਹੀ ਹੈ। ਜਿਵੇਂ ਦਿੱਲੀ ਹੈ, ਉਸ ਤੋਂ ਬਾਅਦ ਮੁੰਬਈ ਹੈ, ਉਸ ਤੋਂ ਬਾਅਦ ਕੁਝ ਹੋਰ ਈਵਨ ਸਾਡਾ ਗੁਆਂਢੀ ਜਿਹੜਾ ਸੂਬਾ ਹੈ ਹਰਿਆਣੇ ਦੇ ਵਿੱਚ ਵੀ ਜਿਹੜੇ ਕਰੋਨਾ ਦੇ ਕੇਸ ਬੜੀ ਤੇਜ਼ੀ ਨਾਲ ਵੱਧ ਰਹੇ। ਵੀ ਸਾਡੇ ਦੁਨੀਆ ਨੂੰ ਜਿਹੜਾ ਉਹ ਕਰੋਨਾ ਮਹਾਮਾਰੀ ਨਾਲ ਨਜਿੱਠਣਾ ਚਾਹੀਦਾ, ਆਪਸ ਦੇ ਵਿੱਚ ਟਕਰਾਅ ਨਹੀਂ ਚਾਹੀਦਾ। ਇਸ ਕਿਸਮ ਦੀ ਵੀ ਨਾਲ ਗੱਲਬਾਤ ਹੋ ਰਹੀ ਹੈ। ਇਹਦੇ ਤੇ ਕਿਵੇਂ ਗੱਲਬਾਤ ਨਿਬੜੇਗੀ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ। ਇਹ ਕਰੋਨਾ ਮਹਾਮਾਰੀ ਦਾ ਮਾਮਲਾ ਜਿਹੜਾ ਸਾਡੇ ਦੇਸ਼ ਦੇ ਅੰਦਰ ਚੱਲ ਰਿਹਾ। ਪੰਜਾਬ ਨੇ ਕਾਫੀ ਸਟੈਪ ਲਏ, ਇਸ ਕਰਕੇ ਪੰਜਾਬ ਦੇ ਵਿੱਚ ਇਹਦਾ ਅਸਰ ਉਹਨਾਂ ਨਹੀਂਗਾ ਜਿੰਨਾ ਸਾਡੇ ਗੁਆਂਢੀ ਸੂਬੇ ਹਰਿਆਣੇ ਦੇ ਵਿੱਚ ਹੈ, ਦਿੱਲੀ ਦੇ ਹੈ ਜਾਂ ਹੋਰ ਥਾਵਾਂ ਦੇ ਉੱਪਰ ਹੈ। ਇਹੋ ਜਿਹੀ ਸਥਿਤੀ ਸਾਡੇ ਦੇਸ਼ ਦੀ ਬਣੀ ਹੋਈ ਹੈ ਜਿਹਦੇ ਵਿੱਚ ਲਗਾਤਾਰ ਮੌਤਾਂ ਵੱਧ ਰਹੀਆਂ ਤੇ ਇਸ ਕਰਕੇ ਆਮ ਜਨਤਾ ਦੇ ਵਿੱਚ ਇਹ ਹੈਗੇ ਵੀ ਕਿਹੜੇ ਪਾਸੇ ਨੂੰ ਦੁਨੀਆ ਜਾ ਰਹੀ ਹੈ। ਜਦੋਂ ਦੁਨੀਆ ਕਰੋਨਾ ਮਹਾਮਾਰੀ ਦੇ ਖਿਲਾਫ ਲੜ ਰਹੀ ਹੈ ਤੇ ਇਹ ਆਪਸੀ ਲੜਾਈ ਦਾ ਮਾਮਲਾ ਨਹੀਂ ਹੋਣਾ ਚਾਹੀਦਾ। ਸਾਨੂੰ ਉਸ ਮਹਾਮਾਰੀ ਦੇ ਲਈ ਸਾਡੇ ਆਪਣੇ ਸਾਰੇ ਸਾਧਨ ਉਧਰ ਝੋਕਣੇ ਚਾਹੀਦੇ ਆ। ਇੱਕ ਇਸ ਪਾਸੇ ਵੱਲ ਦੀ ਗੱਲ ਹੋ ਰਹੀ ਹੈ। ਇਹਨਾਂ ਗੱਲਾਂ ਦੇ ਵਿੱਚ ਚਲਦਿਆਂ ਮਤਲਬ ਚੀਨ ਵਾਲਾ ਮਾਮਲਾ ਜਿਹੜਾ ਉਹ ਖਾਸਾ ਭਾਰੂ ਹੋ ਰਿਹਾ ਤੇ ਸਾਡੇ ਦੇਸ਼ ਦੇ ਵਿੱਚ ਵੀ ਕਾਫੀ ਥਾਂ ਦੇ ਚੀਨ ਦਾ ਸਮਾਨ ਸਾੜਨ ਦੀਆਂ ਗੱਲਾਂ ਆ ਰਹੀਆਂ ਨੇ। ਇਹ ਵੀ ਸਵਾਲ ਪੁੱਛਿਆ ਜਾ ਰਿਹਾ ਵੀ ਸਮਾਨ ਸਾੜਨ ਦੀ ਲੋੜ ਕੀ ਹੈ ਜੇ ਕੇਂਦਰ ਸਰਕਾਰ ਹੀ ਇਸ ਗੱਲ ਦਾ ਫੈਸਲਾ ਕਰ ਲਵੇ ਕਿ ਅਸੀਂ ਚੀਨ ਦਾ ਸਮਾਨ ਨਹੀਂ ਖਰੀਦਣਾ। ਪਰ ਅੱਜ ਗਲੋਬਲ ਵਰਲਡ 'ਚ ਇਹ ਗੱਲ ਸੰਭਵ ਹੈ ਜਾਂ ਨਹੀਂ ਹੈ ਇਹ ਇੱਕ ਆਪਣੇ ਥਾਂ ਤੇ ਬਹਿਸ ਦਾ ਵਿਸ਼ਾ ਹੈਗਾ। ਇਸ ਕਰਕੇ ਇਸ ਸਵਾਲ ਦੇ ਉੱਪਰ ਗੱਲਬਾਤ ਜਿਹੜੀ ਆ ਉਹ ਚੱਲਦੀ ਰਹੇਗੀ। ਉਸ ਗੱਲਬਾਤ ਦੇ ਕੀ ਨਤੀਜੇ ਨਿਕਲਣਗੇ। ਵੈਸੇ ਇਸ ਵੇਲੇ ਮੇਜਰ ਜਨਰਲ ਪੱਧਰ ਤੇ 2 ਵਾਰੀ ਗੱਲਬਾਤ ਹੋ ਚੁੱਕੀ ਹੈ। ਉਸ ਤੋਂ ਪਹਿਲਾਂ ਦੋਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਵੀ ਗੱਲਬਾਤ ਹੋਈ ਹੈ। ਇਹਨਾਂ ਸਾਰੀਆਂ ਗੱਲਾਂ ਬਾਤਾਂ ਤੋਂ ਅਜੇ ਤੱਕ ਤਾਂ ਕੋਈ ਗੱਲਬਾਤ ਕਿਸੇ ਪਾਸੇ ਲੱਗਦੀ ਨਹੀਂ ਨਜ਼ਰ ਆਉਂਦੀ। ਇਹਦੇ ਤੇ ਲੱਗਦਾ ਵੀ ਲੰਮੀ ਗੱਲ ਹੋਏਗੀ। ਇਹ ਵੀ ਪਤਾ ਲੱਗਾ ਕਿ ਇਸ ਸਾਰੇ ਮਾਮਲੇ ਵਿੱਚ ਭਾਵੇਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਵੀ ਮੈਂ ਮੀਡੀਏਸ਼ਨ ਕਰਨ ਲਈ ਤਿਆਰ ਹਾਂ, ਪਰ ਇਹ ਪਤਾ ਲੱਗਾ ਹੈ ਕਿ ਸੋਵੀਅਤ ਯੂਨੀਅਨ ਨੇ ਵੀ ਆਪਣੀ ਜਿਹੜੀ ਆ ਦੋਨਾਂ ਧਿਰਾਂ ਨਾਲ ਗੱਲਬਾਤ ਕੀਤੀ ਹੈ। ਉਹ ਵਿੱਚ ਵਿਚਾਲੇ ਦਾ ਰਸਤਾ ਕੱਢਣ ਲਈ ਰੂਸ ਵੀ ਸਰਗਰਮ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜਿਹੜੇ ਆ ਉਹ ਵੀ ਆਪਣਾ ਯਤਨ ਜਿਹੜਾ ਉਹ ਕਰ ਰਹੇ ਆ ਤੇ ਲੱਗਦਾ ਹੈ ਕਿ ਸ਼ਾਇਦ ਪੁਤਿਨ ਜਿਹੜੇ ਉਹ ਇਸ ਮਾਮਲੇ ਦੇ ਵਿੱਚ ਸਫਲ ਹੋ ਜਾਣ ਜਾਂ ਨਹੀਂ ਹੋ ਜਾਣ, ਪਰ ਉਹਨਾਂ ਨੇ ਆਪਣੇ ਯਤਨ ਸ਼ੁਰੂ ਕੀਤੇ ਹੈ ਵੀ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੇ ਆ ਉਹ ਸਬੰਧ ਜਿਹੜੇ ਆ ਉਹ ਬਿਹਤਰ ਹੋਣੇ ਚਾਹੀਦੇ ਆ। ਇਹ ਕਿਵੇਂ ਬਿਹਤਰ ਹੋਣਗੇ? ਜਿਹੜੇ ਜਵਾਨ ਮਾਰੇ ਗਏ ਆ ਉਹਨਾਂ ਨੂੰ ਲੈ ਕੇ ਕੀ ਗੱਲਬਾਤ ਹੋਏਗੀ
क्योंकि साडे सूबे अपने पंजाब दे विच काफ़ी रोस है। उस तो बाद बिहार के 10 नौजवान इहदे च मारे गए। ये गल्लां जिहड़ियां चल रही ने ते इहदे नूं लैके थां थां दे उपर प्रदर्शन भी होए आ। तो इस तरीके की स्थिति हैगी है जिन्हां बारे मैं सोचदा सी कि साडा जिहड़ा अज दा लाइव शो है उन्होंने शुरू करन तो बाद साडे जिहड़े दर्शक है उन्हां नाल इह गलबात साझी होनी चाहिदी है, क्योंकि इहदे उपर एक डिबेट जिहड़ी आ पूरे देश दे विच चली हुई है ते इस करके इहदी गल जिहड़ी थोड़ी तुहाडे नाल होनी चाहिदी सीगी। इस तो अगला जिहड़ा साडा विशा हैगा कि पंजाब विच तीजे बदल दीआं की संभावनावां ने, कोई बदल बन सकदा कि नहीं बन सकदा। पिछली वारी बड़े वड्डे पद्धर ते यतन होए सीगे ते आम आदमी पार्टी ने एक तीजा बदल देण दा यतन कीता सीगा, पर वो यतन सिरे नहीं लग सके, उन्हां दा कोई सिट्टा नहीं निकल सकिया। भावें कि आम आदमी पार्टी मुख विरोधी धिर बन गई सी, फिर भी जिहड़ी ये पंजाबियों नूं आस सीगी भी ये सरकार सत्ता ते काबज होएगी ते जिहड़ा रवायती पार्टियां अकाली दल ते उस दे नाल जिहड़ा कांग्रेस पार्टी ये 5-5 सालां दी जिहड़ी टर्म वाला मामला ना ये खत्म होना चाहिए ते इहो जी धिर आउणी चाहिदी है जिहड़ी सूबे दे लोकां नूं इंसाफ दे सके, जिहड़ी सूबे दे लोकां दे नाल जिहड़ा होरे धक्के उन्हां दे विच कोई गल कर सके। इस करके पिछली वारी काफ़ी लोकां दे विच उत्साह सीगा, लोकां ने वोटां भी पाईआं, काफ़ी यतन कीते, पर फिर अखीर दे उपर उन्हां नूं निराशा हत्थ लगी। वो तीजा बदल जिहड़ा बनाउण लई तुरे सीगे उन्हां लोकां दा उत्साह मट्ठा पै चुका। हुण वो उत्साह इस वेले पंजाब दे विच नज़र नहीं आउंदा कि पंजाब अगलियां चोणां जिहड़ियां 2022 दे विच होणीआं उदों पंजाब किधर नूं जाएगा। पर इस दौरान जिहड़े सीनियर अकाली आगू ने जिन्हां ने कई चोणां लड़ियां, कई सीनियर पोजीशनां दे उपर रहे, अकाली दल दे सकत्तर जनरल रहे श्री सुखदेव सिंह ढींडसा, उन्होंने पिछले दिनी फैसला किया कि वो अकाली दल अपना वखरा अकाली दल बनाउणगे। तो उन्होंने अपनी सरगर्मियां जिहड़ियां आरंभ करतीआं ने ते इस तो पहला एक टकसाली अकाली दल बन चुका है। रणजीत सिंह ब्रह्मपुरा हुणां दी अगवाई दे विच उन्हां दे नाल कुछ होर सज्जण गए ने जिन्हां च सेवा सिंह सेखवां ते कुछ होर साथी जिहड़े उन्हां दे नाल गए सीगे। पर वो जिहड़ा दल जिहड़ा नवां बनया वो पिछलियां जिहड़ियां कोई चोणां होईआं ने, लोक सभा चोणां होईआं जां होर मामले आए सीगे, उन्हां दे विच कुछ बड़ा कुछ नहीं कर सकिया। इस करके ये तीजे बदल दीआं जिहड़ियां संभावना उन्हां दे उपर लगातार क्वेश्चन मार्क लगदा रहिंदा है। कदे गल तुर पैंदी है, कदे फिर पिछे नूं हो जांदी है। ते इस वेले साडे नाल जिहड़े श्रोमणी अकाली दल दे विच ते ढींडसा साहब दे विश्वास पात्र जिहड़े आ मरिंदरपाल सिंह बराड़ साडे नाल ने, जिहड़े जिन्हां दे ढींडसा साहब नाल बड़े करीबी संबंध रहे ने। तो उन्होंने अपनी जवानी दे विच यूथ अकाली दल दे विच शुरू कीती सीगी ते उस तो बाद अकाली दल दे विच भी रहे। उस तो बाद वो अमेरिका चल गए, अमरीका दे विच उन्होंने अकाली दल दा बुढ़ बनया। वो न्यूयॉर्क दे विच रहे, न्यूयॉर्क दे प्रधान बने, इंचार्ज बने, उस तो बाद सकत्तर जनरल बने। मतलब उन्होंने मुख्य जिम्मेवारी सौंपी गई भी तुसीं अमेरिका दे विच जिहड़ा अकाली दल बनाउणा है। पिछले समय दे विच उन्हां दे नाल जिहड़े सज्जण सीगे उन्हां ने जदों इन्हां ने ढींडसा साहब नाल चले गए ते इन्हां दे नाल जिहड़े उधर अमेरिका दे विच सीगे उन्हां ने भी अकाली दल तो अस्तीफे दे दिते ने ते वो हुण अजकल इन्हां दे नाल ने। अगला वो की लैंदे आ जां वो इस गल दी उड़ीक करनगे भी ढींडसा साहब कदों अकाली दल बनाउंदे आ, उस तो बाद अपनी सरगर्मी शुरू करनगे। ये गल्लां जिहड़ियां पंजाब दे विच शुरू हो चुकीआं ने, उस दे नाल ही अमेरिका दे विच होर देशां दे विच भी होणगीआं। ते ढींडसा साहब ने पिछले 3 दिनां 4 दिनां दे विच पहलां वो मोगे गए सीगे, उत्थे अकाली आगू नरतड़क सिंह बराड़ जिहड़े आ वो शामिल होए। उस तो बाद अगले दिन वो अपने जलंधर गए सीगे, उत्थों सोहण सिंह ढेसी जिहड़े श्रोमणी गुरुद्वारा प्रबंधक कमेटी दे साबका मैंबर ने वो अपने साथियों नाल शामिल होए। अज उन्होंने मुक्तसर जाना, मुक्तसर दे विच भी कुछ सज्जणा ने उन्हां दे नाल शामिल होना। ते जापदा यह है कि वो इसे महीने दे विच जिहड़ा अपना वखरा अकाली दल बनाउण दा ऐलान कर देणगे। इहदे नाल एक नवीं पंजाब दी सियासत दे विच एक नवां दौर शुरू होएगा। ये दौर किस लैवल ते पहुंचेगा, वो अकाली दल तो किन्ने क लोग उन्हां दे नाल आ जाणगे जे नहीं आ जाणगे, ये सवाल अपने तौर ते खड़ा है कि वो तीजा बदल जिहड़ा देण दे समर्थ होणगे जां नहीं होणगे। ये कई सारे सवाल ने जिहड़े वो लोकां दे मनां दे विच ने, साडे मनां दे विच, साडे दर्शकां दे मनां दे विच भी ने। ते इस करके इन्हां सवालों का जवाब असीं लभण का यतन करांगे कि एक अल्टरनेटिव की नीतियां के आधार पर होना चाहिए
ਜਾਂ ਸ਼ਖਸੀਅਤਾਂ ਦੇ ਆਧਾਰ ਤੇ ਹੋਣਾ ਚਾਹੀਦਾ, ਕਿਸ ਕਿਸਮ ਦਾ ਬਦਲ ਹੋਣਾ ਚਾਹੀਦਾ। ਪੰਜਾਬ ਦੇ ਲੋਕ ਚਾਹੁੰਦੇ ਕਿ ਜਿਹੜਾ ਨੀਤੀਆਂ ਦੇ ਆਧਾਰ ਤੇ ਤੀਜਾ ਬਦਲ ਹੋਣਾ ਚਾਹੀਦਾ, ਤੇ ਪੰਜਾਬ ਦੇ ਵਿੱਚ ਸਦਾ ਤੀਜੇ ਬਦਲ ਦੀ ਸਪੇਸ ਰਹੀ ਹੈ, ਥਾਂ ਰਹੀ ਹੈ। ਇਸ ਕਰਕੇ ਪੰਜਾਬੀ ਜਿਹੜੇ ਆ ਉਸ ਪਾਸੇ ਵੱਲ ਨੂੰ ਚੱਲਦੇ ਆ, ਤੇ ਪਰ ਜਦੋਂ ਲੀਡਰਸ਼ਿਪ ਨਹੀਂ ਮਿਲਦੀ ਉਹਨਾਂ ਨੂੰ ਤਾਂ ਫਿਰ ਉਹ ਆਪਣਾ ਰਵਾਇਤੀ ਪਾਰਟੀਆਂ ਕਾਂਗਰਸ ਵੱਲ ਤੇ ਸ਼੍ਰੋਮਣੀ ਅਕਾਲੀ ਵੱਲ ਨੂੰ ਤੁਰ ਪੈਂਦੇ ਆ। ਤੇ ਮੈਂ ਬਰਾੜ ਸਾਹਿਬ ਨੂੰ ਜਾਣਨਾ ਚਾਹਾਂਗਾ ਕਿ ਢੀਂਡਸਾ ਸਾਹਿਬ ਦੀਆਂ ਕੀ ਯੋਜਨਾਵਾਂ ਨੇ, ਕੀ ਕਰਨਗੇ ਅਗਲੇ ਦਿਨਾਂ ਦੇ ਵਿੱਚ। ਗੌਰਵ ਪੰਜਾਬ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦੀ ਹਾਂ ਗੌਰਵ ਪੰਜਾਬ ਟੀਵੀ ਦਾ ਤੇ ਜੰਮੂ ਸਾਹਿਬ ਦਾ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਕੇ ਆਪਦੇ ਵਿਚਾਰ ਰੱਖਣ ਦਾ। ਜਿਹੜਾ ਇਹ ਭਗਤ ਦੇ ਮਸਲੇ ਦੱਸੇ ਨੇ ਜੰਮੂ ਸਾਹਿਬ ਨੇ, ਉਹਦੇ ਤੇ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਜੋ ਤੁਸੀਂ ਮੈਨੂੰ ਸਵਾਲ ਪੁੱਛਿਆ ਢੀਂਡਸਾ ਸਾਹਿਬ ਦਾ ਕੀ ਨਿਸ਼ਾਨਾ ਹੈ, ਕੀ ਪਾਲਿਸੀ ਹੈ। ਦੇਖੋ, ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪਹਿਲਾਂ ਤਾਂ ਨਵਾਂ ਅਕਾਲੀ ਦਲ ਨਹੀਂ ਬਣਨਾ। ਸ਼੍ਰੋਮਣੀ ਅਕਾਲੀ ਦਲ ਜਿਹੜਾ 1920 ਚ ਪੁਰਾਣੇ ਲੀਡਰਾਂ ਨੇ ਕੁਰਬਾਨੀਆਂ ਦੇ ਕੇ ਬਣਾਇਆ ਸੀ, ਉਸ ਸ਼੍ਰੋਮਣੀ ਅਕਾਲੀ ਦਲ ਨੂੰ ਬਹਾਲ ਕਰਨਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਦਾ ਪਹਿਲਾ ਨਿਸ਼ਾਨਾ ਹੈ, ਪਹਿਲਾ ਮਿਸ਼ਨ ਹੈ। ਕਿਉਂਕਿ ਅੱਜ ਸਥਿਤੀ ਇਹ ਹੈ ਕਿ 80% ਜਿਹੜੇ ਵਰਕਰ ਨੇ ਸ਼੍ਰੋਮਣੀ ਅਕਾਲੀ ਦਲ ਦੇ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਦਾ ਖੂਨ ਦੇ ਕੇ, ਉਹਨਾਂ ਦੇ ਵਾਰਸਾਂ ਨੇ, ਜਿਹੜੇ ਉਹਨਾਂ ਦੇ ਬਜ਼ੁਰਗਾਂ ਨੇ ਖੂਨ ਦੇ ਕੇ ਅੱਜ ਇੱਥੇ ਪਹੁੰਚਾਇਆ ਸੀ ਅਕਾਲੀ ਦਲ ਨੂੰ, ਕਿ ਅਕਾਲੀ ਦਲ 10 ਸਾਲ ਸਰਕਾਰ ਬਣਾਉਣ ਦੇ ਕਾਬਲ ਹੋਇਆ। ਅੱਜ ਉਹ ਸਾਰੇ ਲੀਡਰ ਜਾਂ ਉਹਨਾਂ ਦੇ ਜਿਹੜੇ ਉਹਨਾਂ ਦੇ ਵਾਰਸ ਨੇ, ਉਹ ਘਰਾਂ 'ਚ ਡਿਸਕਰੇਜ ਹੋਏ ਬੈਠੇ ਨੇ। ਮੈਂ ਵੀ ਉਹਨਾਂ 'ਚ ਇੱਕ ਐਗਜ਼ਾਮਪਲ ਹਾਂ। ਅਮਰੀਕਾ ਤੋਂ ਮੈਂ 2011 'ਚ ਆਇਆ, ਮੈਨੂੰ ਢੀਂਡਸਾ ਸਾਹਿਬ ਨੇ ਜ਼ਿਲ੍ਹਾ ਸੰਗਰੂਰ ਦੀ ਜ਼ਿੰਮੇਵਾਰੀ ਦਿੱਤੀ, ਪ੍ਰਧਾਨ ਦੀ। ਮੈਂ ਕੰਮ ਕੀਤਾ, ਬੜੀ ਮਿਹਨਤ ਕੀਤੀ, ਪਰ ਜਿਹੜਾ ਕਲਚਰ ਦੇਖਿਆ, ਉਸ ਕਲਚਰ ਨੇ ਮਜਬੂਰ ਕਰਤਾ ਕਿ 2014 'ਚ ਮੈਂ ਛੱਡ ਕੇ ਸਾਰਾ ਕੁਝ, ਸਿਆਸਤ ਛੱਡ ਕੇ ਘਰੇ ਬਹਿ ਗਿਆ। ਤੇ ਹੁਣ ਢੀਂਡਸਾ ਸਾਹਿਬ ਤੋਂ ਆਸ ਵੱਜੀ ਹੈ ਕਿ ਢੀਂਡਸਾ ਸਾਹਿਬ ਉਹਨਾਂ ਹੀ ਰਵਾਇਤਾਂ ਨੂੰ ਜਿਹੜਾ ਹੈਗਾ ਸ਼ੁਰੂ ਕਰਨਗੇ, ਜਿਹੜੀਆਂ ਰਵਾਇਤਾਂ ਸ਼੍ਰੋਮਣੀ ਅਕਾਲੀ ਦਲ 'ਚ ਹੁੰਦੀਆਂ ਸੀ ਤੇ ਹੋਣੀਆਂ ਚਾਹੀਦੀਆਂ ਨੇ। ਤੁਸੀਂ ਗੱਲ ਕੀਤੀ ਸੀ ਪਾਲਿਸੀ, ਨੀਤੀ ਬੇਸਡ ਪਾਰਟੀ ਚਾਹੀਦੀ ਹੈ ਜਾਂ ਲੀਡਰ ਬੇਸਡ ਚਾਹੀਦੀ ਹੈ। ਜੰਮੂ ਸਾਹਿਬ ਦੋਨਾਂ ਚੀਜ਼ਾਂ ਦੀ ਲੋੜ ਹੈ ਕਿਸੇ ਵੀ ਪਾਰਟੀ ਨੂੰ ਚਲਾਉਣ ਵਾਸਤੇ। ਲੋਕਾਂ ਨੂੰ ਨਾਲ ਲੈਣ ਵਾਸਤੇ ਲੀਡਰ ਵੀ ਹੋਣੇ ਜ਼ਰੂਰੀ ਨੇ ਔਰ ਪਾਰਟੀ ਦੀ ਨੀਤੀ ਵੀ ਹੋਣੀ ਜ਼ਰੂਰੀ ਹੈ। ਲੀਡਰ ਉਹ ਹੈ ਜਿਹੜਾ ਗਰਾਊਂਡਡ ਲੀਡਰ ਹੋਵੇ, ਜਿਵੇਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਆਪਦਾ ਜਿਹੜਾ ਸਿਆਸੀ ਕੈਰੀਅਰ ਹੈ ਕਾਲਜ ਦੇ ਪ੍ਰਧਾਨ ਤੋਂ ਸ਼ੁਰੂ ਕੀਤਾ। ਉਦੋਂ ਬਾਅਦ ਮਾਰਕੀਟ ਕਮੇਟੀ ਦੇ ਇਲੈਕਟਡ ਚੇਅਰਮੈਨ ਰਹੇ, ਕੋਆਪਰੇਟਿਵ ਬੈਂਕ ਦੇ MD ਰਹੇ। ਹਾਂਜੀ ਹਾਂਜੀ। ਛੋਟੇ ਛੋਟੇ ਅਦਾਰਿਆਂ ਤੋਂ ਉੱਠ ਕੇ MLA ਬਣੇ, ਆਜ਼ਾਦ ਪਹਿਲੀ ਵਾਰੀ 1972 ਚ ਧਨੌਲੇ ਤੋਂ ਆਜ਼ਾਦ MLA ਜਿੱਤੇ। ਫਿਰ ਉਦੋਂ ਬਾਅਦ ਪਾਰਟੀ ਨੇ ਜਿੱਥੇ ਜਿੱਥੇ ਵੀ ਟਿਕਟਾਂ ਦਿੱਤੀਆਂ ਜਿੱਦੇ ਰਹੇ। ਚਲੋ ਹਾਰਾਂ ਵੀ ਹੋਈਆਂ, ਜਿੱਤਾਂ ਵੀ ਹੋਈਆਂ, ਇਹ ਚੱਲਦਾ ਰਹਿੰਦਾ। ਇਹ ਅਲੱਗ ਵਿਸ਼ਾ ਹੈ, ਇਹਦੇ ਤੇ ਕਿਤੇ ਆਪਾਂ ਫੇਰ ਡਿਬੇਟ ਕਰਾਂਗੇ, ਕਿਉਂ ਹਾਰੇ, ਕਿਹਨੇ ਹਰਾਏ, ਉਹ ਅਲੱਗ ਗੱਲ। ਅੱਜ ਦਾ ਵਿਸ਼ਾ ਨਹੀਂ ਆਪਣਾ। ਇੱਕ ਦੱਸੋ, ਮਤਲਬ ਵੀ ਢੀਂਡਸਾ ਸਾਹਿਬ ਤੁਸੀਂ ਗੱਲ ਕਰ ਰਹੇ ਹੋ, ਢੀਂਡਸਾ ਸਾਹਿਬ ਨੇ ਅਕਾਲੀ ਦਲ ਤੋਂ ਅਲੱਗਾ ਕਿਉਂ ਹੋਏ? ਉਹਨਾਂ ਨਾਲ ਮੇਰੀ ਵੀ ਗੱਲਬਾਤ ਹੋਈ ਸੀ। ਉਹਨਾਂ ਨੇ ਪਹਿਲੇ ਇੰਟਰਵਿਊ ਸਾਨੂੰ ਵੀ ਇਸ ਚੈਨਲ ਦੇ ਉੱਪਰ ਦਿੱਤੀ, ਗਰਬ ਪੰਜਾਬ ਦੇ ਉੱਪਰ। ਤੇ ਉਹਨਾਂ ਕਿਹਾ ਸੀ ਵੀ ਜਿਹੜਾ ਅਕਾਲੀ ਦਲ ਹੈ ਉਹ ਸੁਖਵੀਰ ਬਾਦਲ ਜਿਹੜੇ ਆ ਨਾ, ਉਹਨਾਂ ਦੇ ਹੁੰਦਿਆਂ ਉਹਦੇ 'ਚ ਕੋਈ ਜਮਹੂਰੀਅਤ ਨਹੀਂ ਰਹਿ ਗਈ। ਉਹ ਇੱਕ CEO ਦੀ ਤਰ੍ਹਾਂ ਇਹਨੂੰ ਚਲਾਉਣਾ ਚਾਹੁੰਦੇ। ਇਹੀ ਕਾਰਨ ਹੈ ਜਾਂ ਕੋਈ ਹੋਰ ਕਾਰਨ ਵੀ ਨੇ? ਦੇਖੋ ਜੀ, ਗੱਲ ਇਹ ਹੈ, ਲੋਕ ਇਹ ਕਹਿੰਦੇ ਨੇ ਜੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਬਾਦਲ ਨੂੰ ਪ੍ਰਧਾਨ ਨਹੀਂ ਐਕਸੈਪਟ ਕੀਤਾ, ਉਹ ਆਪ ਅੱਗੇ ਆਉਣਾ ਚਾਹੁੰਦੇ। ਜੇ ਇਹੋ ਜਿਹੀਆਂ ਗੱਲਾਂ ਲੋਕ ਕਰਦੇ ਨੇ ਜਿਹੜੀਆਂ ਬਿਲਕੁਲ ਬੇਬੁਨਿਆਦ ਨੇ, ਫਜ਼ੂਲ ਨੇ। ਸਰਦਾਰ ਸੁਖਦੇਵ ਸਿੰਘ ਢੀਂਡਸਾ ਤੇ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਪ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਾਂ ਤਜਵੀਜ਼ ਕਰਕੇ ਉਹਨੂੰ ਪ੍ਰਧਾਨ ਬਣਾਇਆ ਸੀ। ਇਹ ਸੋਚ ਕੇ ਬਣਾਇਆ ਸੀ ਕਿ ਨੌਜਵਾਨ ਜਿਹੜੇ ਬੱਚੇ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਔਰ ਅੱਗੇ ਆ ਕੇ ਉਹਨਾਂ ਨੂੰ ਕਮਾਂਡ ਸਾਂਭਣੀ ਚਾਹੀਦੀ ਹੈ। ਪਰ ਜਦੋਂ ਉਹਨਾਂ ਨੇ ਕੰਮ ਕਰਨ ਦਾ ਤਰੀਕਾ ਦੇਖਿਆ, ਜਿਹਦੇ ਨਾਲ ਮੈਜੋਰਟੀ ਵਰਕਰ ਟੁੱਟਣ ਲੱਗ ਗਏ ਸੀ ਸ਼੍ਰੋਮਣੀ ਅਕਾਲੀ ਦਲ ਤੋਂ, ਢੀਂਡਸਾ ਸਾਹਿਬ ਨੇ ਉਦੋਂ ਇਹ ਕਿਹਾ ਸੀ ਬਾਦਲ ਸਾਹਿਬ ਨੂੰ, ਜਦੋਂ 2017 ਦੀ ਇਲੈਕਸ਼ਨ ਹਾਰੀ ਹੈ, ਜਿੱਥੋਂ ਇਹ ਬੜੀ ਦੇਰ ਤੋਂ ਚੱਲਦੀ ਆ ਰਹੀ ਸੀ ਗੱਲ, ਪਰ ਸ਼ੁਰੂ ਜਿੱਥੋਂ ਜ਼ਿਆਦਾ ਇਹ ਜਦੋਂ ਬਿਲਕੁਲ ਇਹ ਜਿਹੜੀ ਬਿੱਲੀ ਬਾਹਰ ਆ ਗਈ ਥੱਲੇ ਚੋਂ, ਤਾਂ ਢੀਂਡਸਾ ਸਾਹਿਬ ਨੇ PAC ਦੀ ਮੀਟਿੰਗ, ਕੋਰ ਕਮੇਟੀ ਦੀ ਮੀਟਿੰਗ 'ਚ ਇਹ ਕਿਹਾ ਬਾਦਲ ਸਾਹਿਬ ਨੂੰ, ਬਈ ਬਾਦਲ ਸਾਹਿਬ ਦੇਖੋ, ਆਪਾਂ ਇਲੈਕਸ਼ਨ ਹਾਰ ਗਏ, ਪ੍ਰਧਾਨ ਦੀ ਜ਼ਿੰਮੇਵਾਰੀ ਲੈਣ ਦਾ ਫਰਜ਼ ਬਣਦਾ ਹਾਰ ਦੀ, ਤੇ ਇਹਨਾਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਕੇ ਤੁਸੀਂ ਪ੍ਰਧਾਨ ਬਣ ਜਾਓ। ਅੱਛਾ। ਬਿਲਕੁਲ ਢੀਂਡਸਾ ਸਾਹਿਬ ਨੇ ਇਹ ਨਹੀਂ ਕਿਹਾ ਕਿ ਕਿਸੇ ਹੋਰ ਨੂੰ ਪ੍ਰਧਾਨ ਬਣਾਓ, A ਨੂੰ ਬਣਾਓ, B ਨੂੰ ਬਣਾਓ, C ਨੂੰ ਬਣਾਓ। ਉਹ ਕਹਿੰਦੇ ਬਾਦਲ ਸਾਹਿਬ ਤੁਸੀਂ ਕਮਾਂਡ ਸਾਂਭ ਲਓ, ਜਦੋਂ ਹਾਲਾਤ ਠੀਕ ਹੋ ਗਏ, ਲੋਕ ਆਪਣੇ ਨਾਲ ਨਾਰਾਜ਼ਗੀ ਦੂਰ ਹੋ ਗਈ, ਉਦੋਂ ਬਾਅਦ ਫਿਰ ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾ ਦਿਓ। ਇਸ ਗੱਲ ਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੰਨਾ ਗੁੱਸਾ ਕੀਤਾ ਕਿ ਉਦੋਂ ਤੋਂ ਹੀ ਉਹ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਆਪਦਾ ਦੁਸ਼ਮਣ ਸਮਝਣ ਲੱਗ ਗਿਆ, ਪਰਮਿੰਦਰ ਸਿੰਘ ਢੀਂਡਸਾ ਨੂੰ ਆਪਦਾ ਦੁਸ਼ਮਣ ਸਮਝਣ ਲੱਗ ਗਿਆ, ਔਰ ਇਸ ਤਰ੍ਹਾਂ ਦੇ ਨੀਤੀਆਂ ਚਲਾਤੀਆਂ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਸਾਰੇ ਅਹੁਦੇ ਛੱਡ ਕੇ ਚੁੱਪ ਕਰਕੇ ਘਰੇ ਬੈਠਣਾ। ਪਰ ਇੱਕ ਗੱਲ ਤੇ ਤੁਹਾਡੀ 'ਚ ਮੈਨੂੰ ਲੱਗਦਾ ਨਹੀਂ ਕਿ ਜਦੋਂ ਸੰਗਰੂਰ ਲੋਕ ਸਭਾ ਹਲਕੇ ਦੀ ਚੋਣ ਸੀਗੀ, ਉੱਥੇ ਉਮੀਦਵਾਰ ਦਾ ਮਾਮਲਾ ਸੀ, ਤਾਂ ਉੱਥੇ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਦਿੱਤੀ ਗਈ। ਉੱਥੇ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਚੋਣ ਲੜੋ, ਤੁਹਾਡੇ ਤੋਂ ਬਿਨਾਂ ਹੋਰ ਕੋਈ ਉਮੀਦਵਾਰ ਨਹੀਂ। ਜੇ ਦੁਸ਼ਮਣੀ ਵਾਲੀ ਗੱਲ ਹੁੰਦੀ ਤਾਂ ਢੀਂਡਸਾ ਨੂੰ ਟਿਕਟ ਕਿਉਂ ਦਿੰਦੇ, ਪਰਮਿੰਦਰ ਢੀਂਡਸਾ ਨੂੰ? ਮੈਂ ਇਹ ਦੱਸਦਾ ਤੁਹਾਨੂੰ ਜੀ, ਇਹ ਸਭ ਨੂੰ ਪਤਾ ਸੀ
ਵੀ ਨਾ ਤਾਂ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਪਾਰਲੀਮੈਂਟ ਇਲੈਕਸ਼ਨਾਂ 'ਚ ਧਾਉਣੀਆਂ ਚਾਹੁੰਦੇ ਸੀ ਹਾਂਜੀ ਤੇ ਨਾ ਹੀ ਸੁਖਬੀਰ ਸਿੰਘ ਬਾਦਲ ਚਾਹੁੰਦਾ ਸੀ ਅੱਛਾ ਜੀ ਬਈ ਪਰਮਿੰਦਰ ਸਿੰਘ ਢੀਂਡਸਾ ਇਲੈਕਸ਼ਨ ਜਿੱਤੇ। ਹਾਂਜੀ ਹਾਂਜੀ ਸਿਰਫ ਉਹ ਵੀ ਇੱਕ ਇਹਨਾਂ ਦੀ ਨੀਤੀ ਸੀ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਮਜਬੂਰ ਇਹਨਾਂ ਕਰਤਾ। ਇਹ ਹਾਲਾਤ ਬਣ ਗਏ ਸੀ ਵੀ ਜੇ ਪਰਮਿੰਦਰ ਸਿੰਘ ਢੀਂਡਸਾ ਬਿਲਕੁਲ ਨਹੀਂ ਸੀ ਲੜਨਾ ਚਾਹੁੰਦਾ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਪਾਰਲੀਮੈਂਟ ਦੀ ਇਲੈਕਸ਼ਨ, ਨਾ ਢੀਂਡਸਾ ਸਾਹਿਬ ਚਾਹੁੰਦੇ ਸੀ ਪਰਮਿੰਦਰ ਸਿੰਘ ਢੀਂਡਸਾ ਇਲੈਕਸ਼ਨ ਲੜੇ। ਇਹ ਹਾਲਾਤ ਬਣਾ ਦਿੱਤੇ ਗਏ ਪਾਰਟੀ 'ਚ, ਸਾਰੇ ਸੰਗਰੂਰ ਜ਼ਿਲ੍ਹੇ ਦੇ ਲੀਡਰਾਂ ਤੋਂ ਕਹਾਤਾ ਵੀ ਜੀ ਪਰਮਿੰਦਰ ਸਿੰਘ ਢੀਂਡਸਾ ਲੜੇ। ਅੱਛਾ ਜੀ ਜੇ ਪਰਮਿੰਦਰ ਸਿੰਘ ਢੀਂਡਸਾ ਜਵਾਬ ਦਿੰਦਾ ਸੀ ਹੋ ਸਕਦਾ ਉਹਦੀ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ 'ਚੋਂ ਕੱਢ ਦਿੱਤਾ ਜਾਂਦਾ, ਪਾਰਟੀ ਦਾ ਡਿਸਪਲਿਨ ਤੋੜਨ ਦੇ ਉਹਦੇ ਕਰਕੇ, ਕਿਉਂਕਿ ਇਹ ਪਤਾ ਸੀ ਅਕਾਲੀ ਦਲ ਨੂੰ ਕਿ ਐਤਕੀ ਸ਼੍ਰੋਮਣੀ ਅਕਾਲੀ ਦਲ ਪਾਰਲੀਮੈਂਟ ਦੀ ਕੋਈ ਸੀਟ ਨਹੀਂ ਜਿੱਤਦਾ। ਜਿਹੜੀਆਂ 2 ਜਿੱਤੀਆਂ ਵੀ ਨੇ ਆਪਾਂ ਨੂੰ ਸਭ ਨੂੰ ਪਤਾ ਕਿਵੇਂ ਜਿੱਤੀਆਂ ਨੇ। ਉਹ ਤਾਂ ਇੱਕ ਪਰਿਵਾਰ ਨੇ ਸੀਟਾਂ ਜਿੱਤੀਆਂ ਨੇ, ਪਾਰਟੀ ਨੇ ਜਿੱਤੀਆਂ, ਪੈਸੇ ਨਾਲ ਸੀਟਾਂ ਜਿੱਤੀਆਂ ਗਈਆਂ ਨੇ, ਸਮਝੌਤਿਆਂ ਨਾਲ ਸੀਟਾਂ ਜਿੱਤੀਆਂ ਗਈਆਂ ਨੇ। ਸੋ ਇਸ ਕਰਕੇ ਜਿਹੜੀ ਉਹ ਇਲੈਕਸ਼ਨ ਸੀਗੀ, ਉਹ ਇਲੈਕਸ਼ਨ ਤਾਂ ਮਜਬੂਰੀ 'ਚ ਲੜਨੀ ਪਈ, ਗਲ ਪਾਈ ਗਈ ਇਲੈਕਸ਼ਨ ਤੁਸੀਂ ਇਹ ਕਹਿ ਲਓ। ਔਰ ਉਹਦੇ ਨਤੀਜੇ ਵੀ ਤੁਹਾਡੇ ਸਾਹਮਣੇ ਨੇ ਉਹਦੇ ਕੀ ਹੋਏ ਨੇ। ਸੋ ਇਸ ਕਰਕੇ ਜਿਹੜੀ ਢੀਂਡਸਾ ਸਾਹਿਬ ਦੀ ਗੱਲ ਵੱਖ ਹੋਣ ਦੀ ਆਪਾਂ ਕਰ ਰਹੇ ਹਾਂ, ਹਾਲਾਤ ਇਹ ਬਣ ਗਏ ਢੀਂਡਸਾ ਸਾਹਿਬ ਨੂੰ ਘਰੇ ਬੈਠਣਾ ਪੈ ਗਿਆ ਸਾਰੇ ਅਹੁਦੇ ਛੱਡ ਕੇ, ਕਿਉਂਕਿ ਢੀਂਡਸਾ ਸਾਹਿਬ ਨਹੀਂ ਸੀ ਚਾਹੁੰਦੇ ਵੀ ਮੈਂ ਅਕਾਲੀ ਦਲ ਛੱਡਾਂ, ਮੈਂ ਬਾਹਰ ਜਾਵਾਂ। ਅੱਛਾ ਇੱਥੇ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਤੁਹਾਡੇ ਤੋਂ ਵੀ ਕਿਹਾ ਇਹ ਜਾਂਦਾ ਵੀ ਬਰਗਾੜੀ ਦੇ ਵਿੱਚ ਜੋ ਧੱਕਾ ਹੋਇਆ, ਬਰਗਾੜੀ ਦੇ ਵਿੱਚ ਜੋ ਬਰਗਾੜੀ ਤੇ ਬਹਿਬਲ ਕਲਾਂ ਦੇ ਵਿੱਚ 2 ਸਿੱਖ ਨੌਜਵਾਨ ਮਾਰੇ ਗਏ ਸੀਗੇ ਪੁਲਿਸ ਦੀ ਗੋਲੀ 'ਚ। ਉਹ ਤੋਂ ਪਹਿਲਾਂ ਉਸੇ ਦਿਨ ਹੀ ਸਵੇਰੇ ਪਹਿਲਾਂ ਕੋਟਕਪੂਰਾ ਦੇ ਵਿੱਚ ਲਾਠੀਚਾਰਜ ਹੋਇਆ ਸੀ, ਗੋਲੀ ਚੱਲੀ ਸੀਗੀ, ਤੇ ਉਹ ਤੋਂ ਬਾਅਦ ਬਹਿਬਲ ਕਲਾਂ ਦੇ ਵਿੱਚ ਉਹ ਤੋਂ 3-4 ਘੰਟੇ ਬਾਅਦ ਬਹਿਬਲ ਕਲਾਂ ਦੇ ਵਿੱਚ ਮਾਰੇ ਗਏ। ਤੇ ਇਸ ਗੱਲ ਨੂੰ ਲੈ ਕੇ ਵੀ ਮਤਭੇਦ ਸੀਗੇ ਵੀ ਸਾਡੀ ਸਰਕਾਰ ਅਕਾਲੀ ਦਲ ਦੀ ਸਰਕਾਰ ਹੁੰਦਿਆਂ, ਅਕਾਲੀ ਦਲ ਬੀਜੇਪੀ ਦੀ ਸਰਕਾਰ ਹੁੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਤੇ ਉਹ ਬੇਅਦਬੀ ਦੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਪਾਰਟੀ ਜਿਹੜੀ ਲੱਭਣ ਦੇ ਵਿੱਚ ਸਫਲ ਨਹੀਂ ਹੋ ਸਕੀ, ਕਿਸੇ ਨੂੰ ਅਰੈਸਟ ਨਹੀਂ ਕੀਤਾ ਗਿਆ, ਕੋਈ ਉਸ ਕਿਸਮ ਦੇ ਮਾਮਲੇ ਨਹੀਂ ਹੋਏ। ਤੇ 2 ਵਾਰੀ ਜਿਹੜੀ ਜਾਂਚ ਦਾ ਮਾਮਲਾ ਹੈ ਦੋਨੇ ਵਾਰੀ CBI ਨੂੰ ਦੇ ਕੇ ਖਹਿੜਾ ਛਡਾਉਣ ਦਾ ਯਤਨ ਕੀਤਾ ਗਿਆ। ਇਹ ਕਹਿੰਦੇ ਇਹ ਵੀ ਮਾਮਲਾ ਜਿਹੜਾ ਬਣਿਆ, ਬ੍ਰਹਮਪੁਰਾ ਨੇ ਵੀ ਕਿਹਾ ਤੇ ਢੀਂਡਸਾ ਸਾਹਿਬ ਵੀ ਕਹਿੰਦੇ ਵੀ ਇਹ ਮਾਮਲਾ ਸੀਗਾ ਕਿਤੇ ਨਾ ਕਿਤੇ। ਦੇਖੋ ਢੀਂਡਸਾ ਸਾਹਿਬ ਨੇ ਆਪਦੇ ਇੰਟਰਵਿਊਆਂ 'ਚ ਵੀ ਇਹ ਗੱਲ ਦੱਸੀ ਹੈ, ਤੁਹਾਨੂੰ ਵੀ ਦੱਸੀ ਹੋਣੀ ਹੈ ਕਿ ਅਸੀਂ ਬਾਦਲ ਸਾਹਿਬ ਨੂੰ ਕਿਹਾ ਸੀ ਵੀ ਬਹਿਬਲ ਕਲਾਂ 'ਚ ਦੇਖੋ ਆਪਾਂ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ, ਜੋ ਹੋਇਆ ਮਾੜੀਆਂ ਘਟਨਾਵਾਂ ਹੋਈਆਂ ਨੇ, ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜੇ ਗਏ, ਸਿੱਟੇ ਗਏ, ਗਲੀਆਂ 'ਚ ਰੋਲੇ ਗਏ, ਔਰ ਉਦੋਂ ਬਾਅਦ ਗੋਲੀ ਕਾਂਡ ਹੋਏ, ਬਹਿਬਲ ਕਲਾਂ ਹੋਇਆ, ਤੇ ਦੂਜਾ ਵੀ ਆਪਣਾ ਜਿੱਥੇ ਵੀ ਨੌਜਵਾਨ ਉਹਨਾਂ ਦੇ ਬੱਚਿਆਂ ਤੇ ਗੋਲੀਆਂ ਚਲਾਈਆਂ ਗਈਆਂ। ਵੀ ਬਾਦਲ ਸਾਹਿਬ ਨੂੰ ਇਹ ਕਿਹਾ ਵੀ ਆਪਾਂ ਨੂੰ ਅਕਾਲ ਤਖਤ ਤੋਂ ਜਾ ਕੇ ਬਾਦਲ ਸਾਹਿਬ ਤੁਹਾਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ, ਜ਼ਿੰਮੇਵਾਰੀ ਲੈ ਕੇ ਵੀ ਹਾਂ ਅਸੀਂ ਦੋਸ਼ੀਆਂ ਨੂੰ ਫੜ ਨਹੀਂ ਸਕੇ, ਇਹ ਸਰਕਾਰ ਦੀ ਨਾਕਾਮੀ ਹੈ। ਤੇ ਬਾਦਲ ਸਾਹਿਬ ਤਿਆਰ ਵੀ ਹੋ ਗਏ, ਤਿਆਰ ਹੋ ਕੇ ਚਲੇ ਵੀ ਗਏ। ਪਿੱਛੋਂ ਕੋਟਰੀ ਜਿਹੜੀ ਸੁਖਬੀਰ ਬਾਦਲ ਦੀ ਕੋਟਰੀ ਹੈ ਉਹਨੇ ਕਹਿੰਦਾ ਜੇ ਬਾਦਲ ਸਾਹਿਬ ਤੁਸੀਂ ਮਾਫੀ ਮੰਗ ਲਈ ਇਹਦਾ ਮਤਲਬ ਤੁਸੀਂ ਮੰਨ ਗਏ ਵੀ ਆਪਾਂ ਕੀਤਾ ਹੈ। ਤੇ ਬਾਦਲ ਸਾਹਿਬ ਨੇ ਆਪਦੇ ਸੈਕਟਰੀ ਨੂੰ ਭੇਜ ਕੇ, ਮੇਰੇ ਖਿਆਲ ਸ਼ਾਇਦ ਦਲਜੀਤ ਸਿੰਘ ਚੀਮੇ ਨੂੰ, ਅਕਾਲ ਤਖਤ ਸਾਹਿਬ ਨੂੰ ਤੇ ਜਥੇਦਾਰ ਸਾਹਿਬ ਨੂੰ ਚਿੱਠੀ ਭੇਜਤੀ ਮਾਫੀ ਦੀ, ਆਪ ਨਹੀਂ ਪੇਸ਼ ਹੋਏ। ਢੀਂਡਸਾ ਸਾਹਿਬ ਨੇ ਇਸ ਗੱਲ ਦਾ ਬੜਾ ਇਤਰਾਜ਼ ਕੀਤਾ। ਔਰ ਜਦੋਂ ਤੁਹਾਨੂੰ ਯਾਦ ਹੋਣਾ ਜਦੋਂ DGP ਸੈਣੀ ਸਾਹਿਬ ਬਦਲਵਾਏ ਨੇ, DGP ਸੈਣੀ ਬਦਲਵਾਇਆ, ਉਦੋਂ ਵੀ ਢੀਂਡਸਾ ਸਾਹਿਬ ਤੇ ਬ੍ਰਹਮਪੁਰਾ ਸਾਹਿਬ ਨੇ ਪ੍ਰੈਸ਼ਰ ਪਾ ਕੇ ਬਾਦਲ ਸਾਹਿਬ ਤੇ ਕਿਹਾ ਜੀ ਦੇਖੋ ਜੇ ਤੁਸੀਂ ਇਹਨੂੰ ਨਹੀਂ ਬਦਲੋਗੇ ਤਾਂ ਉੱਥੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਵੀ ਜੀ ਪੁਲਿਸ ਦਾ ਮੋਰਲ ਡਾਊਨ ਹੋ ਜਾਊਗਾ ਜੇ ਆਪਾਂ ਹੁਣ ਸੈਣੀ ਨੂੰ ਬਦਲਾਂਗੇ। ਤੇ ਢੀਂਡਸਾ ਸਾਹਿਬ ਨੇ ਕਿਹਾ ਵੀ ਆਪਾਂ ਲੋਕਾਂ ਦੇ ਹਿੱਤ ਦੇਖਣੇ ਨੇ, ਲੋਕਾਂ ਦੇ ਇਮੋਸ਼ਨਸ ਦੇਖਣੇ ਨੇ, ਸਿੱਖ ਕੌਮ ਦੇ ਇਮੋਸ਼ਨ ਦੇਖਣੇ ਨੇ, ਜਾਂ ਆਪਾਂ DGP ਜਾਂ ਪੁਲਿਸ ਦਾ ਮੋਰਲ ਦੇਖਣਾ ਬਾਅਦ ਦੀ ਗੱਲ ਹੈ। ਸੋ ਇਸ ਕਰਕੇ ਇਹ ਗੱਲਾਂ ਤਾਂ ਦੇਖੋ ਸਾਰੀਆਂ ਜੁੜਦੀਆਂ ਗਈਆਂ। ਬਹਿਬਲ ਕਲਾਂ ਬਹੁਤ ਵੱਡਾ ਕਾਰਨ ਹੈ ਜਿਹਦੇ ਕਰਕੇ, ਬੇਅਦਬੀ ਬਹੁਤ ਵੱਡਾ ਕਾਰਨ ਹੈ ਜਿਹਦੇ ਕਰਕੇ ਢੀਂਡਸਾ ਸਾਹਿਬ ਦੇ ਮਨ ਨੂੰ ਸੱਟ ਵੱਜੀ, ਬ੍ਰਹਮਪੁਰਾ ਸਾਹਿਬ ਦੇ ਮਨ ਨੂੰ ਸੱਟ ਵੱਜੀ ਔਰ ਅਕਾਲੀ ਦਲ ਤੋਂ ਵੱਖ ਹੋਏ। ਬ੍ਰਹਮਪੁਰਾ ਸਾਹਿਬ ਪਹਿਲਾਂ ਛੱਡ ਗਏ, ਢੀਂਡਸਾ ਸਾਹਿਬ ਬਾਅਦ ਛੱਡ ਗਏ। ਹੁਣ ਉਹੀ ਜਿਹੜੀਆਂ ਚੀਜ਼ਾਂ ਜਿਹੜਾ ਤੁਸੀਂ ਸਵਾਲ ਪਹਿਲਾਂ ਉਸੇ ਸਵਾਲ ਤੇ ਆਈ ਆਪਾਂ ਕਰਨਾ ਕੀ ਚਾਹੁੰਦੇ ਨੇ, ਪਾਰਟੀ ਕੀ ਕਰਨਾ ਚਾਹੁੰਦੀ ਹੈ। ਪਾਰਟੀ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਰਿਵਾਈਵ ਕਰਨਾ ਚਾਹੁੰਦੀ ਹੈ। ਅਸੀਂ ਕੋਈ ਵੱਖਰਾ ਅਕਾਲੀ ਦਲ ਨਹੀਂ ਬਣਾ ਰਹੇ, ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਰਿਵਾਈਵ ਕਰ ਰਹੇ ਹਾਂ। ਇੱਥੇ ਬਰਾੜ ਸਾਹਿਬ ਅਸੀਂ ਇੱਕ ਲਵਾਂਗੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਟਰੱਕ ਡਰਾਈਵਰ ਵੀਰਾਂ ਦੀ ਭਰੋਸੇਮੰਦ ਅਰਲਿੰਗਟਨ ਫਿਊਲ ਸਟਾਪ ਇੰਟਰਸਟੇਟ 5 ਦੇ ਐਗਜ਼ਿਟ 208 ਅਰਲਿੰਗਟਨ ਵਾਸ਼ਿੰਗਟਨ ਸਟੇਟ ਅਤੇ ਕੈਲੀਫੋਰਨੀਆ ਵਿੱਚ ਲਾਸਟ ਹਿਲ ਟਰੈਵਲ ਸੈਂਟਰ ਰੂਟ 46 ਅਤੇ I-5 ਅਲੋਮਾ ਸਟਰੀਟ ਉੱਤੇ ਸਸਤਾ ਡੀਜ਼ਲ ਅਤੇ ਭਰੋਸੇਮੰਦ ਸਰਵਿਸ। ਔਖੇ ਸਮੇਂ ਤੇ ਆਪਣੇ ਡਰਾਈਵਰ ਭਰਾਵਾਂ ਦੇ ਨਾਲ ਮਦਦ ਲਈ ਖੜੇ ਹਾਂ। ਹਰ ਵੇਲੇ ਗੁੜ ਦੀ ਬਣਾਈ ਹੋਈ ਤਾਜ਼ੀ ਚਾਹ ਦਾ ਲੰਗਰ। ਵਧੇਰੇ ਜਾਣਕਾਰੀ ਲਈ ਬਲਵੀਰ ਸਿੰਘ ਉਸਮਾਨਪੁਰ ਨੂੰ ਕਾਲ ਕਰੋ। ਨਿਊਯਰਸੀ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾਅ, ਬੈਂਕਰਪਸੀ ਦੇ ਵਿੱਚ ਮਾਹਰ ਨੇ। ਉਹਨਾਂ ਦੇ ਨਾਲ ਸਿੱਧੀ ਗੱਲਬਾਤ ਲਈ ਤੁਸੀਂ ਹਰ ਵੀਰਵਾਰ ਨੂੰ ਲਾਈਵ ਸ਼ੋਅ ਦੇ ਜ਼ਰੀਏ ਜੁੜ ਸਕਦੇ ਹੋ। ਆਨਲਾਈਨ ਇੰਟਰਨੈਸ਼ਨਲ ਦਸਤਾਰ ਮੁਕਾਬਲਾ ਜੋ ਕਿ ਪੰਜਾਬੀ ਮੀਡੀਆ USA ਅਤੇ ਪੰਜਾਬ ਪ੍ਰੋਡਕਸ਼ਨਜ਼ ਵੱਲੋਂ ਕਰਵਾਇਆ ਜਾ ਰਿਹਾ ਹੈ।
ਇਹ ਮੁਕਾਬਲਾ YouTube ਚੈਨਲ ਤੇ ਵੀਡੀਓਜ਼ ਰਾਹੀਂ ਹੋਵੇਗਾ। ਤੁਸੀਂ ਵੀ ਇਸ ਮੁਕਾਬਲੇ ਵਿੱਚ ਹਿੱਸਾ ਲੈ ਸਕਦੇ ਹੋ। ਕੋਈ ਐਂਟਰੀ ਫੀਸ ਨਹੀਂ, ਹਰ ਉਮਰ ਦਾ ਵਿਅਕਤੀ ਹਿੱਸਾ ਲੈ ਸਕਦਾ ਹੈ। ਤੁਸੀਂ ਵੀ ਆਪਣੀ ਵੀਡੀਓ ਬਣਾ ਕੇ WhatsApp ਨੰਬਰ +1 916 516 0571 ਤੇ ਭੇਜੋ। ਵੀਡੀਓ ਭੇਜਣ ਦੀ ਆਖਰੀ ਤਾਰੀਖ 15 ਜੂਨ ਹੈ। ਨਤੀਜਾ 31 ਜੁਲਾਈ ਨੂੰ ਆਵੇਗਾ ਅਤੇ ਜੇਤੂਆਂ ਨੂੰ ਕ੍ਰਮਵਾਰ ਪਹਿਲੇ ਨੂੰ $500, ਦੂਜਾ $400, ਤੀਜਾ $300, ਚੌਥਾ $200 ਅਤੇ ਪੰਜਵਾਂ $100 ਇਨਾਮ ਹੋਵੇਗਾ। ਇਨਾਮ US ਡਾਲਰ ਦੀ ਵੈਲਿਊ ਦੇ ਹੀ ਹੋਣਗੇ। ਨਿਯਮਾਂ ਜਾਂ ਫਿਰ ਹੋਰ ਜਾਣਕਾਰੀ ਲਈ ਪੰਜਾਬ ਮੀਡੀਆ USA ਅਤੇ ਪੰਜਾਬ ਪ੍ਰੋਡਕਸ਼ਨ ਦੇ ਫੇਸਬੁੱਕ ਤੋਂ ਲੈ ਸਕਦੇ ਹੋ ਜਾਂ ਤੁਸੀਂ ਟੋਲ ਫ੍ਰੀ ਨੰਬਰ 1800 675 6162 ਤੇ ਸੰਪਰਕ ਕਰ ਸਕਦੇ ਹੋ। ਸੁਹਾਗ ਜੁਐਲਰਸ ਪੰਜਾਬੀਆਂ ਦਾ ਆਪਣਾ ਜੁਐਲਰੀ ਸਟੋਰ। ਵਿਆਹ ਸ਼ਾਦੀ ਤੇ ਹੋਰ ਮੌਕਿਆਂ ਲਈ ਲੇਟੈਸਟ ਡਿਜ਼ਾਈਨ ਦੇ ਗਹਿਣੇ ਵਾਜਿਬ ਕੀਮਤ ਤੇ ਖਰੀਦਣ ਦੇ ਲਈ ਸੁਹਾਗ ਜੁਐਲਰਸ, ਓਕ ट्री रोड, इस्लिन, न्यू जर्सी। कॉल सुरिंदर और अनु at 7322831200 और 7322833600। पंजाबियां दा मन पौंदा स्टोर सुहाग ज्वेलर्स 1367 ओक ट्री रोड, इस्लिन, न्यू जर्सी। 2201 ਸਾਊਥ ਯੂਨੀਅਨ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਬਰਾੜ ਸਾਹਿਬ, ਅਸੀਂ ਗੱਲ ਕਰ ਰਹੇ ਸੀ ਕਿ ਪੰਜਾਬ ਦੇ ਵਿੱਚ ਤੀਜੇ ਬਦਲ ਦੀ ਵੀ ਤੀਜੇ ਬਦਲ ਦੀਆਂ ਕੀ ਸੰਭਾਵਨਾਵਾਂ ਨੇ, ਕਿਉਂਕਿ ਇਸ ਵੇਲੇ ਜਿਹੜੀ ਹਾਕਮ ਧਿਰ ਹੈ ਕਾਂਗਰਸ ਪਾਰਟੀ, ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਜਿਹੜੇ 2017 ਦੇ ਵਿੱਚ ਵਾਅਦੇ ਕੀਤੇ ਸੀਗੇ, ਉਹਨਾਂ ਨੇ ਕਿਹਾ ਸੀ ਵੀ ਅਸੀਂ ਟਰਾਂਸਪੋਰਟ ਮਾਫੀਆ ਖਤਮ ਕਰ ਦਾਂਗੇ, ਅਸੀਂ ਰੇਤ ਮਾਫੀਆ ਖਤਮ ਕਰ ਦਾਂਗੇ, ਅਸੀਂ ਜਿਹੜਾ ਬੇਅਦਬੀ ਦੇ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਉਹਦਾ ਇਨਸਾਫ ਦੇਵਾਂਗੇ, ਜਿਹੜਾ ਨਸ਼ੀਲੇ ਪਦਾਰਥਾਂ ਦਾ ਮਾਫੀਆ ਉਹਨਾਂ ਨੂੰ ਖਤਮ ਕਰਾਂਗੇ, ਕੇਵਲ ਮਾਫੀਆ ਖਤਮ ਕਰਾਂਗੇ। ਤਕਰੀਬਨ 8-9 ਮਾਫੀਏ ਦੀ ਉਹਨਾਂ ਚਰਚਾ ਕੀਤੀ ਸੀਗੀ ਤੇ ਬਠਿੰਡੇ ਦੇ ਵਿੱਚ ਇੱਕ ਰੈਲੀ ਦੌਰਾਨ ਉਹਨਾਂ ਸ੍ਰੀ ਗੁਟਕਾ ਸਾਹਿਬ ਲੈ ਕੇ ਹੱਥਾਂ ਦੇ ਵਿੱਚ ਲੈ ਕੇ ਸਹੁੰ ਖਾਧੀ ਸੀ ਕਿ ਮੈਂ ਜਿਹੜਾ 28 ਦਿਨਾਂ ਦੇ ਵਿੱਚ ਜਿਹੜਾ ਨਸ਼ੀਲੇ ਪਦਾਰਥਾਂ ਦਾ ਮਾਫੀਆ ਜਿਹੜਾ ਤੋੜ ਦਿਆਂਗਾ ਤੇ ਲੋਕਾਂ ਨੂੰ ਇਨਸਾਫ ਜਿਹੜਾ ਬੇਅਦਬੀ ਦਾ ਵੀ ਇਨਸਾਫ ਦਿਵਾਇਆ ਜਾਏਗਾ। ਉਹ ਸਾਰੇ ਸਵਾਲ ਅਜੇ ਵੀ ਖੜੇ ਨੇ। ਉਹਨਾਂ ਦੇ ਵਿੱਚ ਇੱਕ ਗੱਲ ਜ਼ਰੂਰ ਹੋਈ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਗੈਂਗਸਟਰਾਂ ਦਾ ਮਾਮਲਾ ਸੀਗਾ, ਜਿਸ ਉਸ ਵੇਲੇ ਸੀਗਾ ਅਕਾਲੀ BJP ਦੀ ਸਰਕਾਰ ਵੇਲੇ, ਉਹਨੂੰ ਜ਼ਰੂਰ ਸਫਲਤਾ ਨਾਲ ਤੋੜਿਆ ਗਿਆ, ਉਹ ਕਾਫੀ ਘਟ ਗਿਆ। ਉਹ ਗੱਲ ਜਿਹੜੀ ਪਹਿਲਾਂ ਸੀਗੀ ਉਹ ਨਹੀਂ ਰਹੀ ਤੇ ਇਹ ਗੱਲ ਜ਼ਰੂਰ ਹੋਈ ਹੈ। ਉਸ ਤੋਂ ਇਲਾਵਾ ਜਿਹੜਾ ਮਾਮਲਾ ਜਿਹੜਾ ਉਹ ਉਵੇਂ ਬਾਕੀ ਇਸ਼ੂ ਜਿਹੜੇ ਆ ਉਹ ਉਵੇਂ ਚੱਲ ਰਹੇ ਨੇ। ਇਸ ਕਰਕੇ ਇਹ ਜਿਹੜੇ ਸਵਾਲ ਨੇ, ਇਸ ਕਰਕੇ ਲੋਕ ਜਿਹੜੇ ਆ ਆਪਣੇ ਕੈਪਟਨ ਸਰਕਾਰ ਤੋਂ ਵੀ ਨਾਰਾਜ਼ ਨੇ, ਕੈਪਟਨ ਸਰਕਾਰ ਦੇ ਆਪਣੇ ਵਿਧਾਇਕ ਉਹ ਵੀ ਨਾਰਾਜ਼ ਨੇ। ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਪਿਛਲੇ ਸਮੇਂ ਤੋਂ ਚੱਲ ਰਹੀਆਂ ਨੇ ਉਹ ਹੋ ਰਹੀਆਂ ਨੇ। ਇਸ ਸਥਿਤੀ ਦੇ ਵਿੱਚ ਲੋਕ ਜਿਹੜੇ ਆ ਨਾ ਅਕਾਲੀ ਦਲ ਨੂੰ ਵੀ ਨਹੀਂ ਮੁੜ ਰਹੇ। ਅਕਾਲੀ ਦਲ ਨੇ ਵੀ ਯਤਨ ਕੀਤਾ ਕੁਝ ਮਾਮਲਿਆਂ ਦੇ ਉੱਪਰ, ਉਸ ਪਾਸੇ ਵੱਲ ਨੂੰ ਵੀ ਨਹੀਂ ਆ ਰਹੇ। ਉਸ ਦੇ ਨਾਲ ਜਿਹੜਾ ਪਿਛਲੀ ਵਾਰੀ ਜਿਹੜੀ ਆਮ ਆਦਮੀ ਪਾਰਟੀ ਸੀਗੀ, ਜਿਹੜੇ ਉਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ, ਬਦਲਵੀਂ ਸਰਕਾਰ ਦੇਣ ਦਾ ਭਰੋਸਾ ਦਿੱਤਾ ਸੀਗਾ, ਲੋਕਾਂ ਨੂੰ ਵਿਸ਼ਵਾਸ ਦਿਵਾਇਆ ਸੀ, ਕਾਫੀ ਹਿੱਸੇ ਦੇ ਵਿੱਚ ਮਾਲਵੇ ਦੇ ਵਿੱਚ ਲੋਕਾਂ ਨੇ ਉਹਨਾਂ ਤੇ ਭਰੋਸਾ ਵੀ ਕੀਤਾ ਸੀਗਾ। ਇਸ ਕਰਕੇ ਉਹ ਮੁੱਖ ਧਿਰ ਬਣੇ, ਮੁੱਖ ਵਿਰੋਧੀ ਧਿਰ ਬਣੇ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਲੋਕਾਂ ਨੂੰ ਦੱਸਣ ਦੀ ਯਤਨ ਕੀਤਾ ਵੀ ਉਹਨਾਂ ਦੀ ਸਰਕਾਰ ਬਣਨੀ ਚਾਹੀਦੀ ਹੈ, ਪਰ ਉਹ ਸਰਕਾਰ ਨਹੀਂ ਬਣਾ ਸਕੇ। ਤੇ ਇਸ ਵੇਲੇ ਜਿਹੜੀ ਸਥਿਤੀ ਹੈ ਪੰਜਾਬ ਦੀ, ਕੋਈ ਸਪਸ਼ਟਤਾ ਨਹੀਂ ਗੀ ਕਿ ਪੰਜਾਬ ਨੇ ਕਿੱਧਰ ਨੂੰ ਜਾਣਾ। ਇਸ ਦੇ ਵਿੱਚ ਇਹ ਜ਼ਰੂਰ ਹੈ ਵੀ ਜਿਹੜੇ ਹਾਕਮ ਧਿਰ ਦੇ ਵਿਧਾਇਕ ਹੈ ਉਹਨਾਂ ਨੇ ਲੋਕਾਂ ਨਾਲ ਚਰਚਾ ਸ਼ੁਰੂ ਕਰਤੀ ਹੈ ਜਾਂ ਉਹ ਜਰਨਲਿਸਟਾਂ ਨਾਲ ਵੀ ਇਸ ਗੱਲ ਦੀ ਚਰਚਾ ਕਰਦੇ ਆ ਕਿ ਅਗਲੀ ਵਾਰੀ ਕੀ ਬਣੇਗਾ, ਕਿ ਕਾਂਗਰਸ ਪਾਰਟੀ ਜਿਹੜੇ ਆ ਬੇਅਦਬੀ ਦੇ ਦੋਸ਼ੀ ਉਹਨਾਂ ਨੂੰ ਅੰਦਰ ਕਰਨ ਨਾਲ ਇਹ ਮੁੜ ਕੇ ਸੱਤਾ ਤੇ ਆ ਜਾਏਗੀ ਜਾਂ ਹੋਰ ਕਿਹੜੇ ਕਦਮ ਲੈਣੇ ਚਾਹੀਦੇ। ਇਸ ਕਿਸਮ ਦੀ ਚਰਚਾ ਹੋ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਦੁਬਾਰਾ ਫਿਰ ਪਿਛਲੀ ਵਾਰ ਦੀ ਤਰ੍ਹਾਂ ਜਿਹੜੇ ਐਕਸਪਰਟ ਨੇ, ਮਾਹਰ ਨੇ, ਪ੍ਰਸ਼ਾਂਤ ਕਿਸ਼ੋਰ, ਉਹਨਾਂ ਦੀਆਂ ਸੇਵਾਵਾਂ ਲੈਣ ਦਾ ਵੀ ਫੈਸਲਾ ਕੀਤਾ ਹੈ। ਉਹ ਆਉਂਦੇ ਨਹੀਂ ਆਉਂਦੇ ਕੀ ਹੋਏਗਾ, ਮਤਲਬ ਇਸ ਕਿਸਮ ਦੀ ਸਥਿਤੀ ਬਣੀ ਹੋਈ ਆ। ਲੋਕਾਂ ਦੇ ਵਿੱਚ ਰੋਸ ਹੈ। ਲੋਕ ਇਸ ਗੱਲ ਨੂੰ ਲੈ ਕੇ ਵੀ ਬੜੇ ਦੁਖੀ ਨੇ ਕਿ ਕੈਪਟਨ ਸਰਕਾਰ ਨੇ ਕਿਹਾ ਸੀ ਵੀ ਅਸੀਂ ਬਿਜਲੀ ਦਰਾਂ ਜਿਹੜੀਆਂ ਉਹਨਾਂ ਨੂੰ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਨੇ ਉਹਨਾਂ ਤੋਂ ਵਾਪਸ ਲਵਾਂਗੇ, ਉਹਨਾਂ ਦਾ ਮੁਲਾਂਕਣ ਕਰਾਂਗੇ, ਪੁਰਾਣੇ ਸਮਝੌਤੇ ਰੱਦ ਕਰਾਂਗੇ। ਅਜੇ ਤੱਕ ਕੁਝ ਨਹੀਂ ਹੋਇਆ। ਅੱਜ ਤੋਂ ਜਿਹੜਾ ਪਿਛਲਾ ਵਿਧਾਨ ਸਭਾ ਦਾ ਸੈਸ਼ਨ ਸੀਗਾ ਉਹਨੂੰ ਅਸੀਂ ਕਵਰ ਕਰ ਰਹੇ ਸੀ, ਉਸ ਦੌਰਾਨ ਉਹਨਾਂ ਕਿਹਾ ਸੀ ਵੀ ਅਸੀਂ ਇਹਨਾਂ ਸਮਝੌਤਿਆਂ ਬਾਰੇ ਵਾਈਟ ਪੇਪਰ ਲਿਆਵਾਂਗੇ।
ਵਾਈਟ ਪੇਪਰ ਕੁਝ ਦਿਨਾਂ 'ਚ ਲਿਆਉਣਾ ਸੀ, ਅਜੇ ਤੱਕ ਉਹ ਵਾਈਟ ਪੇਪਰ ਨਹੀਂ ਆਇਆ। ਇਸ ਤਰੀਕੇ ਦੀ ਸਥਿਤੀ ਹੈ। ਤੇ ਹੁਣ ਜਿਹੜੀ ਕਰੋਨਾ ਦੀ ਮਹਾਮਾਰੀ, ਇਸ ਕਰਕੇ ਲੋਕ ਬੇਵਸ ਨੇ। ਇਸੇ ਕਰਕੇ ਕੇਂਦਰ ਸਰਕਾਰ ਦੇਖੋ ਪਿਛਲੇ 10-11 ਦਿਨਾਂ ਦੇ ਵਿੱਚ ਲਗਾਤਾਰ ਤੇਲ ਦੀਆਂ ਕੀਮਤਾਂ ਰੋਜ਼ ਵਧੀਆਂ। ਰੋਜ਼ ਵਧਣ ਦਾ ਕਾਰਨ ਕੀ ਹੈ? ਜਦੋਂ ਕੌਮਾਂਤਰੀ ਮਾਰਕੀਟ ਦੇ ਵਿੱਚ ਡਿੱਗ ਰਹੀਆਂ ਨੇ। ਮਤਲਬ ਇਸ ਤਰੀਕੇ ਦੀ ਸਥਿਤੀ ਜਿਹੜੀ ਆ ਉਹ ਇਸ ਵੇਲੇ ਪੰਜਾਬ ਦੀ ਹੈਗੀ ਆ। ਇਸ ਸਥਿਤੀ ਦੇ ਵਿੱਚ ਤੀਜੇ ਬਦਲ ਬਾਰੇ ਲੋਕ ਚਰਚਾ ਕਰਨ ਲੱਗੇ ਆ ਤੇ ਇੱਕ ਢੀਂਡਸਾ ਸਾਹਿਬ ਦੇ ਨਵੀਂ ਪਾਰਟੀ ਬਣਾਉਣ ਦਾ ਜਿਹੜਾ ਮਾਮਲਾ ਉਹਨੂੰ ਵੀ ਥੋੜਾ ਜਿਹਾ ਇਹਦੇ ਢੰਗ 'ਚ ਹੀ ਦੇਖਿਆ ਜਾ ਰਿਹਾ। ਕੀ ਤੀਜਾ ਬਦਲ ਬਣ ਸਕਦਾ, ਨਹੀਂ ਬਣ ਸਕਦਾ? ਕੀ ਢੀਂਡਸਾ ਸਾਹਿਬ ਜਿਹੜਾ ਆਪਣਾ ਅਕਾਲੀ ਦਲ ਆ ਉਹ ਵੱਖਰਾ ਬਣਾ ਸਕਣਗੇ ਜਾਂ ਨਹੀਂ ਬਣਾ ਸਕਣਗੇ, ਜਾਂ ਅਕਾਲੀ ਦਲ ਦੀ ਲੀਡਰਸ਼ਿਪ ਉਹਨਾਂ ਨਾਲ ਆ ਸਕੇਗੀ ਨਹੀਂ? ਇਹਨਾਂ ਸਾਰੇ ਸਵਾਲਾਂ ਦੇ ਸੰਦਰਭ ਦੇ ਵਿੱਚ ਅਸੀਂ ਜਾਣਨਾ ਚਾਹੁੰਦੇ ਤੁਹਾਡੇ ਤੋਂ ਵੀ ਤੀਜੇ ਬਦਲ ਦੀਆਂ ਪੰਜਾਬ 'ਚ ਕੋਈ ਸੰਭਾਵਨਾ ਹੈਗੀਆਂ ਕਿ ਨਹੀਂ ਹੈਗੀਆਂ? ਦੇਖੋ, ਆਪਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ ਕਾਂਗਰਸ ਤੇ ਅਕਾਲੀ ਦਲ ਦੀ ਸਰਕਾਰ ਦੀ, ਮੈਂ ਦੋਨੋਂ ਸਰਕਾਰਾਂ ਨੂੰ ਇੱਕੋ ਹੀ ਕਲੱਬ ਕਰਦਾ। ਤੁਸੀਂ 15-13 ਸਾਲ ਹੀ ਮੰਨੋ, ਤੁਸੀਂ 3 ਸਾਲ 3.5 ਸਾਲ ਕਾਂਗਰਸ ਦੇ ਨਾ ਮੰਨੋ, 13 ਸਾਲ ਇੱਕੋ ਕਿਸਮ ਦੀ ਸਰਕਾਰ ਚੱਲ ਰਹੀ ਹੈ। ਕਾਂਗਰਸ ਨੇ ਉਹਨਾਂ ਪੁਲਿਸੀਆਂ ਨੂੰ ਪਰਸੂ ਕੀਤੇ ਜਿਹੜੇ ਲੋਕ ਮਾਰੂ ਪੁਲਿਸੀਆਂ ਨੇ, ਜਿੱਥੇ ਲੋਕਾਂ ਨੂੰ ਮਾਰਿਆ ਜਾਂਦਾ। ਜਿਵੇਂ ਤੁਸੀਂ ਗੱਲ ਕਰਕੇ ਹਟਿਓ, ਸਾਰੀ ਮੈਂ ਦੁਹਰਾਉਣਾ ਨਹੀਂ ਚਾਹੁੰਦਾ। ਜਿੰਨੇ ਵੀ ਇਸ਼ੂ ਤੁਸੀਂ ਦੱਸੇ ਨੇ, ਜਿੰਨੇ ਵੀ ਵਾਅਦੇ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਨੇ, ਉਹਨਾਂ 'ਚ 2 ਮਾਫੀਏ ਹੋਰ ਪੈਦਾ ਹੋ ਗਏ। ਇੱਕ ਗੈਂਗਸਟਰ ਪੈਦਾ ਹੋ ਗਏ ਔਰ ਇੱਕ ਸ਼ਰਾਬ ਮਾਫੀਆ ਪੈਦਾ ਹੋ ਗਿਆ। ਅੱਜ ਤੁਸੀਂ ਦੇਖੋ ਕਰੋਨਾ ਦੀ ਮਾਰ 'ਚ ਕਾਂਗਰਸ ਸਰਕਾਰ ਨੂੰ ਇੱਕੋ ਫਿਕਰ ਹੈ ਵੀ ਠੇਕੇ ਬੰਦ ਨਾ ਹੋ ਜਾਣ, ਹਸਪਤਾਲ ਬੰਦ ਹੋ ਜਾਣ, ਕੋਈ ਗੱਲ ਨਹੀਂ, ਠੇਕੇ ਨੂੰ ਖੁੱਲ੍ਹਣੇ ਚਾਹੀਦੇ ਨੇ। 8 ਵਜੇ ਤੱਕ ਠੇਕੇ ਦਾ ਟਾਈਮ ਕਰਤਾ, ਜਦੋਂ ਕਿ ਦਵਾਈਆਂ ਦੀਆਂ ਦੁਕਾਨਾਂ 7 ਵਜੇ ਤੱਕ ਖੁੱਲ੍ਹਦੀਆਂ ਨੇ। ਸੋ ਇਹਨਾਂ ਦੀ ਜਿਹੜੀ ਨੀਤੀ ਹੈ, ਹੁੰਦਾ ਕੀ ਹੈ, ਜਦੋਂ ਕਿਸੇ ਦੇਸ਼ ਦਾ ਜਿਹੜਾ ਰਾਜਾ ਹੈ ਉਹ ਵਪਾਰੀ ਬਣ ਜੇ ਨਾ ਜੀ, ਉਹ ਪ੍ਰਜਾ ਭਿਖਾਰੀ ਬਣ ਜਾਂਦੀ ਹੈ। ਇਹ ਦੇਸ਼ ਦੇ ਰਾਜਿਆਂ ਨੂੰ ਵਪਾਰੀ ਬਣਿਆ ਨੂੰ 13 ਸਾਲ ਹੋ ਗਏ, 13.5 ਸਾਲ। ਚਾਹੇ ਕੋਈ ਵੀ ਰਾਜਾ, ਮੈਂ ਨਾ ਮੈਂ ਕੈਪਟਨ ਦਾ ਨਾਮ ਲਵਾਂ, ਨਾ ਮੈਂ ਬਾਦਲਾਂ ਦਾ ਲਵਾਂ। ਹੁਣ ਲੋਕਾਂ ਦਾ ਗਲ ਘੁੱਟਿਆ ਜਾ ਰਿਹਾ ਹੈ, ਲੋਕ ਮਰ ਰਹੇ ਨੇ। ਲੋਕਾਂ ਨੇ ਦੇਖ ਲਿਆ ਵੀ ਇਹ ਰਵਾਇਤੀ ਪਾਰਟੀਆਂ, ਇੱਕ ਪਾਰਟੀ ਆ, 2 ਪਾਰਟੀਆਂ ਨਹੀਂ ਹੈ, ਇਹ ਸਿਰਫ ਇਹ ਪਲੇਟਫਾਰਮ ਬਦਲਦੇ ਨੇ। ਅੱਛਾ ਜੀ। ਰਲ ਕੇ ਇਕੱਠੇ ਜਦੋਂ ਦੇਖਦੇ ਨੇ ਵੀ ਹੁਣ ਤੁਸੀਂ ਭਾਰੂ, ਅਸੀਂ ਤੁਹਾਡੀ ਮਦਦ ਕਰ ਦਿੰਦੇ ਹਾਂ, ਤੁਸੀਂ ਭਾਰੂ। ਬਿਲਕੁਲ ਨਵਜੋਤ ਸਿੰਘ ਸਿੱਧੂ ਨੇ ਠੀਕ ਕਿਹਾ ਸੀ, ਇਹ 75-25 ਦੀ ਰੇਸ਼ੋ ਹੈ ਜਿਹੜੀ ਇਹ ਰਿਵਰਸ ਹੋ ਜਾਂਦੀ ਹੈ ਜਦੋਂ ਜਿਹੜੀ ਪਾਰਟੀ ਤਕੜੀ ਹੁੰਦੀ ਹੈ। ਅੱਜ ਅਕਾਲੀ ਦਲ 25% ਹੈ, ਕਾਂਗਰਸ 75% ਹੈ। 10 ਸਾਲ ਪਹਿਲਾਂ ਕਾਂਗਰਸ 25% ਸੀ, ਅਕਾਲੀ ਦਲ 75% ਸੀ। ਸੋ ਲੋਕ ਹੁਣ ਦੇਖ ਰਹੇ ਨੇ ਵੀ ਅਸੀਂ ਕਿਵੇਂ, ਸਾਡੇ ਕੋਲ ਆਲਟਰਨੇਟ ਕੀ ਹੈ, ਮਜਬੂਰੀ ਹੋਊਗੀ ਲੋਕਾਂ ਦੀ। ਮੇਰੇ ਖਿਆਲ 10 ਦੀ ਥਾਂ ਤੇ 3 ਸਾਲ ਪਹਿਲਾਂ ਕਹੀਏ, 3 ਸਾਲ ਪਹਿਲਾਂ ਅਕਾਲੀ ਦਲ 75 ਸੀਗਾ। ਹਾਂਜੀ ਹਾਂ, ਬਿਲਕੁਲ, ਹਾਂ 3 ਸਾਲ ਪਹਿਲਾਂ। ਸੋ ਉਹ ਹੁਣ ਲੋਕ ਦੇਖ ਰਹੇ ਨੇ। ਲੋਕਾਂ ਨੇ ਦੇਖੋ 2017 'ਚ ਮਨ ਬਣਾਇਆ ਹੋਇਆ ਸੀਗਾ ਵੀ ਅਸੀਂ ਤੀਜਾ ਬਦਲ ਲਿਆਉਣਾ ਹੈ, ਅਸੀਂ ਰਵਾਇਤੀ ਪਾਰਟੀਆਂ ਨੂੰ ਵੋਟਾਂ ਨਹੀਂ ਪਾਉਣੀਆਂ। ਬਟ ਉਦੋਂ ਕੀ ਹੋਇਆ, ਆਮ ਆਦਮੀ ਪਾਰਟੀ ਬੜੀ ਤੇਜ਼ੀ ਨਾਲ ਉੱਭਰੀ, ਪਰ ਉਹ ਐਸਾ ਬੁਰੀ ਤਰ੍ਹਾਂ ਲੀਡਰਸ਼ਿਪ ਕ੍ਰਾਈਸਿਸ ਆ ਗਿਆ ਕਿ ਉਹ ਕ੍ਰਾਈਸਿਸ ਨੂੰ ਪਾਰਟੀ ਸੰਭਾਲ ਨਹੀਂ ਸਕੀ। ਅਰਵਿੰਦ ਕੇਜਰੀਵਾਲ ਪੰਜਾਬ ਦਾ ਸੀਐਮ ਬਣਨਾ ਚਾਹੁੰਦਾ ਸੀ, ਜਿਹੜਾ ਲੋਕਾਂ ਨੇ ਐਕਸੈਪਟ ਨਹੀਂ ਸੀ ਕਰਨਾ। ਮੇਰੇ ਖਿਆਲ ਉਹਨਾਂ ਨੂੰ ਅਰਵਿੰਦ ਕੇਜਰੀਵਾਲ ਨਾਲ ਭਗਵੰਤ ਮਾਨ ਨਹੀਂ ਜ਼ਿਆਦਾ ਬਣਨਾ ਚਾਹੁੰਦਾ। ਨਹੀਂ, ਕੇਜਰੀਵਾਲ ਜੇ ਭਗਵੰਤ ਮਾਨ ਵੀ ਬਣਨਾ ਚਾਹੁੰਦਾ ਸੀ, ਹੋਰ ਵੀ ਲੀਡਰ ਬਣਨਾ ਚਾਹੁੰਦੇ ਸੀ, ਖਹਿਰਾ ਵੀ ਬਣਨਾ ਚਾਹੁੰਦਾ ਸੀ, ਸੁੱਚਾ ਸਿੰਘ ਛੋਟੇਪੁਰ ਵੀ ਬਣਨਾ ਚਾਹੁੰਦਾ ਸੀ, ਫੂਲਕਾ ਵੀ ਬਣਨਾ ਚਾਹੁੰਦਾ। ਜੇ ਆਪਾਂ ਗੱਲ ਕਰੀਏ ਤਾਂ ਹੀ ਲੀਡਰਸ਼ਿਪ ਕ੍ਰਾਈਸਿਸ ਕਹਿਣੇ ਨੇ ਆਪਾਂ। ਦੇਖੋ ਲੀਡਰ ਇਸੇ ਕਰਕੇ ਤੁਸੀਂ ਗੱਲ ਕੀਤੀ ਸੀ, ਪੁਲਿਸੀ ਤੇ ਲੀਡਰ ਦੋਨਾਂ ਦੀ ਲੋੜ ਹੁੰਦੀ ਹੈ। ਲੀਡਰ ਉਹ ਹੁੰਦਾ ਹੈ ਜਿਹੜਾ ਬੰਦੇ ਨੂੰ ਸਾਰੇ ਕਹਿਣ ਯਾਰ ਲੀਡਰ ਨੂੰ ਅਸੀਂ ਐਕਸੈਪਟ ਕਰਦੇ ਹਾਂ, ਇਸ ਲੀਡਰ ਦੀ ਕਮਾਂਡ 'ਚ ਅਸੀਂ ਸਰਕਾਰ ਬਣਾਉਣ ਨੂੰ ਤਿਆਰ ਹਾਂ। ਅੱਜ ਕੈਪਟਨ ਅਮਰਿੰਦਰ ਸਿੰਘ ਸਰਕਾਰ ਕਿਉਂ ਬਣੀ 17 'ਚ? ਕਿਉਂਕਿ ਲੀਡਰ ਸਟਰੋਂਗ ਸੀ। ਪ੍ਰਕਾਸ਼ ਸਿੰਘ ਬਾਦਲ ਕਿਉਂ 2 ਵਾਰੀ ਮੁੱਖ ਮੰਤਰੀ ਬਣੇ, 3 ਵਾਰੀ ਮੁੱਖ ਮੰਤਰੀ ਰਹਿ ਗਿਆ, 5 ਵਾਰੀ ਰਹਿ ਗਏ, 3 ਵਾਰੀ ਇਹਨੇ ਰੋ ਸਮਝ ਲਓ, 1 ਵਾਰੀ ਛੱਡ ਕੇ ਉਹਦੀ ਗੱਲ ਕਰਦਾ ਮੈਂ। 97 ਤੋਂ ਲੈ ਕੇ ਮੈਂ 2017 ਤੱਕ ਦੀ ਗੱਲ ਕਰੀਏ ਤਾਂ 3 ਟਰਮਾਂ ਪ੍ਰਕਾਸ਼ ਸਿੰਘ ਬਾਦਲ ਤਾਂ ਕੱਟ ਗਿਆ ਕਿਉਂਕਿ ਲੀਡਰ ਸਟਰੋਂਗ ਸੀ, ਕੋਈ ਕੁਐਸਚਨ ਨਹੀਂ ਸੀ ਲੀਡਰਸ਼ਿਪ ਨੂੰ ਉਹਦੀ ਨੂੰ। ਅੱਜ ਅਕਾਲੀ ਦਲ 'ਚ ਲੀਡਰਸ਼ਿਪ ਕ੍ਰਾਈਸਿਸ ਆ ਗਿਆ, ਅਕਾਲੀ ਦਲ ਖਤਮ ਹੋ ਗਿਆ। ਅੱਜ ਤੀਜੇ ਬਦਲ 'ਚ ਕੀ ਸੰਭਾਵਨਾਵਾਂ ਅਸੀਂ ਦੇਖ ਰਹੇ ਹਾਂ? ਦੇਖੋ ਅੱਜ ਵੀ ਜਿਹੜਾ ਪੰਜਾਬ ਦਾ ਰੂਰਲ ਵੋਟਰ ਹੈ, ਉਹ ਸਿੱਖ ਪਾਰਟੀ ਵੱਲ ਦੇਖ ਰਿਹਾ। ਅੱਜ ਵੀ ਉਹ ਚਾਹੁੰਦਾ ਹੈ ਵੀ ਜਿਹੜੀ ਪਾਰਟੀ ਸਾਡੇ ਧਰਮ ਦੀ ਰਾਖੀ ਕਰ ਸਕੇ, ਪਰ ਜਿਹੜੀ ਪਾਰਟੀ ਅਕਾਲ ਤਖਤ ਦੀਆਂ ਜਿਹੜੀਆਂ ਮਰਿਆਦਾਵਾਂ ਨੇ ਉਹਨੂੰ ਬਹਾਲ ਕਰਾ ਸਕੇ, ਜਿਹੜੀ ਪਾਰਟੀ ਐਸਜੀਪੀਸੀ ਦੇ ਸਿਸਟਮ ਨੂੰ ਠੀਕ ਕਰ ਸਕੇ, ਉਸ ਪਾਰਟੀ ਨੂੰ ਅਸੀਂ ਫੇਵਰ ਕਰੀਏ। ਨਹੀਂ, ਕੈਪਟਨ ਅਮਰਿੰਦਰ ਸਿੰਘ ਵੀ ਤਾਂ ਸਿੱਖ ਨੇ। ਨਹੀਂ, ਸਿੱਖ ਪਾਰਟੀ, ਪੰਥਕ ਪਾਰਟੀ ਦੀ ਗੱਲ ਕਰ ਰਿਹਾ ਮੈਂ। ਪਰ ਪੰਥਕ ਪਾਰਟੀ ਦਾ ਜਿੱਥੋਂ ਤੱਕ ਗੱਲ ਹੈਗੀ ਹੈ, ਪੰਜਾਬ ਦੇ ਵਿੱਚ ਜਿਹੜਾ ਪੰਜਾਬੀ ਸੂਬਾ ਇਸ ਕਰਕੇ ਬਣਾਇਆ ਗਿਆ ਸੀਗਾ ਕਿ ਸਿੱਖ ਡੋਮੀਨੇਸ਼ਨ ਵਾਲਾ ਬਣਾਇਆ ਗਿਆ ਸੀਗਾ। ਜੇ ਸਮਝੌਤਾ ਬੀਜੇਪੀ ਨਾਲ ਸਮਝੌਤਾ ਕਰਕੇ ਬਣਾਉਣਾ ਸੀਗਾ, ਰਾਜ ਭਾਗ ਲੈਣਾ ਸੀਗਾ, ਤਾਂ ਫਿਰ ਜਿਹੜਾ ਵੱਡਾ ਗ੍ਰੇਟਰ ਪੰਜਾਬ ਸੀਗਾ ਉਹ ਰਹਿਣਾ ਚਾਹੀਦਾ ਸੀਗਾ। ਇਸ ਕਰਕੇ ਜਿਹੜੀ ਅੱਗੇ ਨੂੰ ਵੀ ਸਰਕਾਰ ਬਣਨੀ ਹੈ ਪੰਜਾਬ ਦੇ ਵਿੱਚ, ਇਸ ਕਰਕੇ ਨਹੀਂ ਬਣਨੀ ਕਿ ਸਿੱਖ ਡੋਮੀਨੇਸ਼ਨ ਵਾਲਾ ਮਾਮਲਾ ਹੋਏਗਾ ਜਾਂ ਪਿੰਡਾਂ ਦੇ ਜਿਹੜੇ ਸਿੱਖ ਨੇ। ਮੈਂ ਜਿਹੜਾ ਆਪਣਾ ਪੰਜਾਬ ਦਾ ਵੋਟਰ ਹੈ ਨਾ ਜੀ, ਮੈਂ 2 ਹਿੱਸਿਆਂ 'ਚ ਵੰਡਦਾ ਹਾਂ। ਇੱਕ ਅਰਬਨ ਵੋਟਰ ਹੈ, ਇੱਕ ਰੂਰਲ ਵੋਟਰ ਹੈ। ਅਰਬਨ ਵੋਟਰ 'ਚ ਵੀ ਅੱਜ ਜੇ ਤੁਸੀਂ ਧਿਆਨ ਕਰੋ 20-25% ਜਿਹੜਾ ਰੂਰਲ ਵੋਟਰ
ਪਿੰਡਾਂ ਚੋਂ ਸ਼ਹਿਰਾਂ ਚ ਆ ਗਿਆ। ਹਾਂਜੀ ਉਹਨਾਂ ਨੇ ਘਰ ਬਣਾ ਲਏ, ਪਿੰਡਾਂ ਨਾਲ ਵੀ ਲਿੰਕ ਨੇ, ਸ਼ਹਿਰਾਂ ਨਾਲ ਵੀ ਨੇ। ਅੱਜ ਕੋਈ ਸ਼ੱਕ ਨਹੀਂ ਇਸ ਗੱਲ 'ਚ ਕਿ ਜਿਹੜਾ ਡੋਮੀਨੇਟਿੰਗ ਆ ਰੂਰਲ ਵੋਟਰ ਡੋਮੀਨੇਟਿੰਗ ਆ, ਬਟ ਆਪਾਂ ਅਰਬਨ ਵੋਟਰ ਨੂੰ ਇਗਨੋਰ ਨਹੀਂ ਕਰ ਸਕਦੇ, ਹਿੰਦੂ ਵੋਟ ਨੂੰ ਇਗਨੋਰ ਨਹੀਂ ਕਰ ਸਕਦੇ ਆਪਾਂ, ਜਿਹਦੇ ਕਰਕੇ ਆਪਾਂ ਨੂੰ ਸਮਝੌਤੇ ਕਰਨੇ ਪੈਂਦੇ ਨੇ। ਜਦੋਂ ਤੱਕ ਤੀਜੇ ਬਦਲ ਦੀ ਗੱਲ ਕੀਤੀ ਹੈ ਤਾਂ ਇੱਕ ਆਸਪੈਕਟ ਹੈ ਕਿ ਅਕਾਲੀ ਦਲ ਤਕੜਾ ਹੋ ਕੇ ਉਹਦੇ ਨਾਲ ਜਿਹੜਾ ਸਿੱਖ ਵੋਟਰ ਹੈ ਉਹ ਲਾਇਆ ਜਾਵੇ, ਆਪਦੀਆਂ ਪੁਲਿਸੀਆਂ ਉਹਨਾਂ 'ਚ ਲੋਕਾਂ ਤੱਕ ਪਹੁੰਚਾ ਕੇ ਸਿੱਖ ਵੋਟਰ ਨੂੰ ਨਾਲ ਲਾਇਆ ਜਾਵੇ। ਅਗਲੀ ਗੱਲ ਆ ਜਾਂਦੀ ਹੈ ਫਿਰ ਸਮਝੌਤਿਆਂ ਦੀ ਤੁਸੀਂ ਕੀਤੀ ਹੈ। ਪਹਿਲਾ ਤਾਂ ਸਟੈਪ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਸ਼੍ਰੋਮਣੀ ਅਕਾਲੀ ਦਲ 1920 ਸਰਦਾਰ ਰਵਿੰਦਰ ਸਿੰਘ ਦਾ ਔਰ ਸਪੀਕਰ ਸਾਹਿਬ ਦਾ ਔਰ ਬ੍ਰਹਮਪੁਰਾ ਸਾਹਿਬ ਦਾ, ਇਹ ਤਿੰਨੇ ਮਰਜ ਹੋ ਕੇ ਇੱਕ ਅਕਾਲੀ ਦਲ ਬਣਾਉਣ ਜਾ ਰਹੇ ਨੇ, ਜੋ ਮੇਰੇ ਕੋਲੇ ਇਨਫੋਰਮੇਸ਼ਨ ਆਈ ਹੈ। ਤਾਂ ਕਿ ਢੀਂਡਸਾ ਸਾਹਿਬ ਦਾ ਇੱਕੋ ਹੀ ਸੀ ਵੀ ਆਪਾਂ ਦੇਖੋ ਅਕਾਲੀ ਦੇ ਅੱਡ ਅੱਡ ਰੱਖਣੇ ਨੇ, ਉਹ 'ਚ ਮੈਂ ਕੰਮ ਨਹੀਂ ਕਰ ਸਕਦਾ, ਜੇ ਤੁਸੀਂ ਇਕੱਠੇ ਹੋ ਕੇ ਚੱਲ ਸਕਦੇ ਹੋ ਫਿਰ ਆਪਾਂ ਕੰਮ ਕਰਾਂਗੇ। ਇਹਨਾਂ ਚਨਾਂ ਦੀ ਸਹਿਮਤੀ ਬਣੀ ਆ, ਮੈਨੂੰ ਪਤਾ ਲੱਗਿਆ ਕਿ ਇਹ ਇੱਕ ਅਕਾਲੀ ਦਲ ਬਣਾ ਰਹੇ ਨੇ। ਫਿਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਦਲ ਰਹਿ ਜਾਊਗਾ। ਅੱਛਾ ਜੀ, ਇਹ ਇੱਕ ਕੰਮ ਤਾਂ ਇਹ ਮੁੱਕ ਜੂਗਾ ਨਾ, ਇਹ ਤਾਂ ਹੋ ਗਿਆ ਪਾਰਟ ਵਿਦਨ ਪਾਰਟੀ ਜਿਹੜੀ ਮਰਜਰਸ ਹੋ ਗਈਆਂ। ਫਿਰ ਉਸ ਤੋਂ ਬਾਅਦ ਇਹਨਾਂ ਦਾ ਨਿਸ਼ਾਨਾ SGPC ਦੇ ਸਿਸਟਮ ਨੂੰ ਠੀਕ ਕਰਨ ਦਾ, ਉਹਦੀਆਂ ਇਲੈਕਸ਼ਨਾਂ ਮੰਗ ਰਹੇ ਆ। ਜੇ ਉਹਦੀਆਂ ਇਲੈਕਸ਼ਨਾਂ ਕਰਾ ਦਿੰਦੇ ਨੇ 21 ਚ 20 ਚ ਸੰਭਾਵਨਾ ਸੀਗੀ, ਮਹਾਮਾਰੀ ਕਰਕੇ ਰਹਿ ਗਈਆਂ, ਤਾਂ ਉਹ SGPC ਦਾ ਸਿਸਟਮ ਠੀਕ ਹੋ ਕੇ ਉਹਦੇ 'ਚ ਵੀ ਇਹਨਾਂ ਦੀ ਇਹ ਪਲਾਨ ਹੈ ਕਿ ਜੀ ਜਿਹੜਾ SGPC ਇਲੈਕਸ਼ਨ ਲੜੂਗਾ ਉਹ ਪੋਲੀਟੀਕਲ ਪੋਸਟ ਨਹੀਂ ਲੈ ਸਕਦਾ, ਕੋਈ ਪੋਲੀਟੀਕਲ ਇਲੈਕਸ਼ਨ ਲੜ ਨਰੋਲ ਧਾਰਮਿਕ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਉਹਨੂੰ। ਢੀਂਡਸਾ ਸਾਹਿਬ ਨੇ ਐਲਾਨ ਕੀਤਾ ਕਿ ਮੈਂ ਕੋਈ ਇਲੈਕਸ਼ਨ ਨਹੀਂ ਲੜੂੰਗਾ। ਹਾਂਜੀ, ਠੀਕ ਹੈ ਨਾ, ਕੋਈ ਮੁੱਖ ਮੰਤਰੀ ਬਣੇ ਜਿਹੜਾ ਪੰਜਾਬ ਨੂੰ ਮੁੱਖ ਮੰਤਰੀ ਵਧੀਆ ਪੰਜਾਬ ਸਮਝਦਾ ਉਹਨੂੰ ਬਣਾਇਆ ਜਾਵੇ, ਮੈਨੂੰ ਕੋਈ ਇਤਰਾਜ਼ ਨਹੀਂ। ਫਿਰ ਉਹਦੇ ਬਾਅਦ ਆ ਜਾਂਦੇ ਜੀ ਅਲਾਇੰਸ। ਹਾਂਜੀ, ਫਿਰ ਉਹ ਤੁਸੀਂ ਕਿਹੜੀਆਂ ਪਾਰਟੀਆਂ ਨੇ ਅਲਾਇੰਸ, ਦੇਖੋ ਮਰਜਰ ਸਾਰੀਆਂ ਪਾਰਟੀਆਂ ਨਹੀਂ ਹੋ ਸਕਦੀਆਂ ਹੁੰਦੀਆਂ। ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਉਹ ਕਦੇ ਵੀ ਤੁਹਾਡੇ ਨਾਲ ਮਰਜਰ ਨਹੀਂ ਹੋਣਗੀਆਂ। BSP ਕਦੇ ਮਰਜ ਨਹੀਂ ਹੋਊ ਤੁਹਾਡੇ ਨਾਲ, ਆਮ ਆਦਮੀ ਪਾਰਟੀ ਕਦੇ ਮਰਜ ਨਹੀਂ ਹੋਊਗੀ, ਨੈਸ਼ਨਲ ਪਾਰਟੀ ਹੈ। ਹਾਂ, ਇਹ ਬੈਂਸ ਸਾਹਿਬ ਦੀ ਪਾਰਟੀ ਹੈ, ਧਰਮਵੀਰ ਗਾਂਧੀ ਨੇ, ਖਹਿਰਾ ਸਾਹਿਬ ਨੇ, ਇਹ ਇਕੱਠੇ ਇੱਕ ਸਟੇਜ ਆ ਸਕਦੀ ਹੈ ਵੀ ਇਹ ਅਕਾਲੀ ਦਲ ਚ ਆ ਜਾਣ, ਜਾਂ ਹੋ ਸਕਦਾ ਜੇ ਸ਼ਾਇਦ ਇਹ ਅਕਾਲੀ ਦਲ ਦੇ ਪਲੇਟਫਾਰਮ ਤੇ ਨਾ ਆਉਣਾ ਚਾਹਣ, ਇਹਨਾਂ ਨਾਲ ਅਲਾਇੰਸ ਵੀ ਹੋ ਸਕਦਾ। ਅੱਛਾ ਜੀ, ਤੋ ਇਸ ਕਰਕੇ ਇਹਨਾਂ ਦਾ ਨਿਸ਼ਾਨਾ ਇਹ ਹੈ ਵੀ ਪਹਿਲਾਂ ਅਕਾਲੀ ਦਲ ਤਕੜਾ ਕਰੀਏ, SGPC ਤੇ ਸਿਸਟਮ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੀਏ, ਅਕਾਲ ਤਖਤ ਦੀ ਮਰਿਆਦਾ ਬਹਾਲ ਕਰੀਏ। SGPC ਦੀ ਜਿਹੜੀ ਚੋਣ ਹੈ ਉਹ ਤਾਂ ਕੇਂਦਰ ਸਰਕਾਰ ਨੇ ਕਰਾਉਣੀ, ਤਾਂ ਕੇਂਦਰ ਸਰਕਾਰ ਦੇ ਵਿੱਚ ਤਾਂ ਸ਼੍ਰੋਮਣੀ ਅਕਾਲੀ ਦਲ ਭਾਈਵਾਲ ਹੈ, ਇਸ ਕਰਕੇ ਉਹਦੀ ਇਹ ਮੈਂ ਮੰਨਦਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਜਿਹੜਾ ਵੀ ਅਕਾਲੀ ਦਲ ਹੈਗਾ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ, ਉਹਦੀ ਜਿਹੜੀ ਸਿਆਸਤ ਹੈ ਉਹ SGPC ਦੇ ਨਾਲ ਕਾਫੀ ਚੱਲਦੀ ਹੈ, ਤੇ ਕਿਉਂਕਿ ਉਹ ਕਾਬਜ਼ ਨੇ SGPC ਦੇ, ਇਸ ਕਰਕੇ ਉਹ ਜਦੋਂ ਵੀ ਚੋਣਾਂ ਆਉਂਦੀਆਂ SGPC ਨੂੰ ਆਪਣੇ ਮੰਤਵਾਂ ਲਈ ਉਹ ਵਰਤਦੇ ਆ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਜੀ। ਕੋਸ਼ਿਸ਼ ਇਹ ਹੈ ਵੀ ਜੇ 2021 ਚ SGPC ਦੀ ਇਲੈਕਸ਼ਨ ਪ੍ਰੈਸ਼ਰ ਪਾ ਕੇ ਕੋਰਟਾਂ ਰਾਹੀਂ ਸੁਪਰੀਮ ਕੋਰਟ 'ਚ ਕੇਸ ਚੱਲ ਰਿਹਾ ਹੈ, ਹਾਂਜੀ, ਕਿਉਂਕਿ ਇਹ ਤੁਹਾਨੂੰ ਧਿਆਨ ਹੋਣਾ 2011 ਚ ਕੋਰਟ ਨੇ ਸਟੇ ਲਾਤੀ ਸੀਗੀ ਉਸ ਬੋਡੀ ਤੇ ਜਿਹੜੀ ਚੁਣੀ ਗਈ ਸੀ, 16 ਤੱਕ ਉਹ ਸਟੇ ਰਹੀ ਹੈ। ਇਹ ਕਲੇਮ ਕਰਦੇ ਨੇ ਜਿਹੜੀ ਮੌਜੂਦਾ ਢਾਂਚਾ SGPC ਦਾ ਕਿ ਜੇ 16 ਚ ਸਾਡੀ ਟਰਮ ਸ਼ੁਰੂ ਹੋਈ ਹੈ ਤਾਂ ਸਾਡੀ 21 ਤੱਕ ਚੱਲਦੀ ਹੈ। ਹਾਲਾਂਕਿ ਸੰਵਿਧਾਨ ਦੇ ਕਿਸੇ ਸੰਵਿਧਾਨ 'ਚ ਇਹ ਨਹੀਂ ਲਿਖਿਆ, ਤੁਸੀਂ ਕਦੇ ਸੁਣਿਆ ਵੀ ਅਸੈਂਬਲੀ ਦੀ ਟਰਮ ਐਕਸਟੈਂਡ ਹੋਊਗੀ? ਹਾਂਜੀ ਹਾਂਜੀ, ਜਦੋਂ ਖਤਮ ਹੋ ਗਈ ਹੋਊਗੀ, ਮਿਊਨਿਸਪਲ ਕਮੇਟੀਆਂ ਖਤਮ ਹੋ ਗਈਆਂ। ਪਰ ਚਲੋ ਜੇ ਆਪਾਂ 21 ਚ ਵੀ ਮੰਨੀਏ, ਜੇ 21 ਚ ਵੀ ਸਰਕਾਰ ਇਲੈਕਸ਼ਨ ਕਰਾ ਦਿੰਦੀ ਆ ਤਾਂ 21 ਚ ਵੀ ਜਿਹੜੇ ਤੁਹਾਨੂੰ ਮੈਂ ਦੱਸ ਰਿਹਾ ਪਾਲਿਸੀ ਹੈਗੀ ਕਿ SGPC ਦੀ ਇਲੈਕਸ਼ਨ ਲੜੀ ਜਾਊਗੀ, ਲੜ ਕੇ ਇਹਨਾਂ ਦਾ ਬਿਸਤਰਾ ਗੋਲ ਕੀਤਾ ਜਾਊਗਾ ਔਰ ਸਹੀ ਜਿਹੜੀ ਸੇਧ ਹੈ ਅਕਾਲ ਤਖਤ ਵੱਲੋਂ ਲਈ ਜਾਊਗੀ, ਮਰਿਆਦਾ ਬਹਾਲ ਕੀਤੀ ਜਾਊਗੀ, ਅਕਾਲ ਤਖਤ ਦਾ ਜਥੇਦਾਰ ਜਿਵੇਂ ਮਰਿਆਦਾ ਨਾਲ ਬਣਦਾ ਉਵੇਂ ਬਣਾਇਆ ਜਾਊਗਾ, SGPC ਦਾ ਪ੍ਰਧਾਨ ਉਹਦੇ ਜਿਹੜੇ SGPC ਦੇ ਮੈਂਬਰ ਬਣਾਉਣਗੇ ਜੇ ਹੁੰਦੀ ਆ ਤਾਂ, ਜੇ ਨਹੀਂ ਹੁੰਦੀ ਤਾਂ 22 ਦੀ ਤਿਆਰੀ, ਸਮਝੌਤੇ ਹੋ ਕੇ ਇੱਕ ਥਰਡ ਫਰੰਟ ਮਰਜ ਹੋਣ ਦੀ ਜਿਹੜੀ ਸੰਭਾਵਨਾ 100% ਹੈ ਜੀ, ਹੁਣ ਥੋੜੀ ਨਹੀਂ ਹੈ। ਕਿਉਂਕਿ ਇੰਨੇ ਜਦੋਂ ਲੋਕ ਪਹਿਲਾਂ ਤਾਂ ਲੋਕ ਸੀ ਨਾ ਚਾਹੁੰਦੇ ਨਹੀਂ ਸੀ ਵੀ ਅਸੀਂ ਕਾਂਗਰਸ ਨੂੰ ਵੋਟਾਂ ਪਾਉਣੀਆਂ ਜਾਂ ਅਕਾਲੀ ਦਲ ਨੂੰ ਨਹੀਂ ਪਾਉਣੀਆਂ, ਹੁਣ ਲੋਕ ਨਫ਼ਰਤ ਕਰਦੇ ਨੇ ਦੋਨਾਂ ਪਾਰਟੀਆਂ ਨੂੰ। ਤੁਸੀਂ ਲੋਕਾਂ 'ਚ ਜਾਓ, ਅਸੀਂ ਲੋਕਾਂ 'ਚ ਵਿਚਰਦੇ ਹਾਂ, ਲੋਕ ਨਫ਼ਰਤ ਕਰਦੇ ਨੇ ਅਕਾਲੀ ਦਲ ਨੂੰ, ਲੋਕ ਨਫ਼ਰਤ ਕਰਦੇ ਨੇ ਕਾਂਗਰਸ ਤੇ ਉਹਨਾਂ ਦੇ ਪੁਲਿਸੀਆਂ ਨੂੰ, ਕਿਉਂਕਿ ਵਪਾਰੀਆਂ ਦਾ ਰਾਜ ਹੋ ਗਿਆ ਹੁਣ। ਜਿਹੜਾ ਦੋਨੇ ਪਾਰਟੀਆਂ ਨੇ, ਦੋਨੇ ਪਾਰਟੀਆਂ 'ਚ ਕਾਰਪੋਰੇਟ ਵਰਡ ਆ ਵੜਿਆ, ਵੱਡੇ ਵਪਾਰੀ ਪੰਜਾਬ ਦੇ ਆ ਵੜੇ, ਚਾਹੇ ਲੈਂਡ ਮਾਫੀਆ ਉਹ, ਚਾਹੇ ਸ਼ਰਾਬ ਮਾਫੀਆ ਹੈ, ਚਾਹੇ ਮਾਈਨਸ ਮਾਫੀਆ ਹੈ। ਇਸ ਕਰਕੇ ਤੀਜੇ ਬਦਲ ਦੀ ਸੰਭਾਵਨਾ ਇਹ ਹੈ ਵੀ ਫਿਰ ਇੱਕ ਜਿਹੜੇ, ਕਿਉਂਕਿ ਦੇਖੋ ਕੱਲੀ ਪਾਰਟੀ ਕੋਈ ਵੀ ਪੰਜਾਬ ਸਰਕਾਰ ਨਹੀਂ ਬਣਾ ਸਕਦੀ, ਅੱਜ ਦੀ ਸਥਿਤੀ ਇਹ ਹੈ, ਨਾ ਸ਼੍ਰੋਮਣੀ ਅਕਾਲੀ ਦਲ ਬਣਾ ਸਕੇ, ਨਾ ਆਮ ਆਦਮੀ ਪਾਰਟੀ ਬਣਾ ਸਕੇ, ਨਾ ਕੋਈ ਹੋਰ ਬਣਾ ਸਕੇ। ਪਰ ਇੱਕ ਗੱਲ ਹੈਗੀ ਇੱਥੇ, ਜਿਹੜਾ ਕਿਸਾਨੀ, ਕਿਉਂਕਿ ਤੁਸੀਂ ਪੇਂਡੂ ਵਸੋਂ ਦੀ ਗੱਲ ਕਰਦੇ ਆ, ਪੇਂਡੂ ਵਸੋਂ ਦੇ ਮਾਮਲਾ ਜਿਹੜਾ ਕਿਸਾਨੀ ਨਾਲ ਜੁੜਿਆ ਹੋਇਆ, ਕਿਸਾਨੀ ਜਿਹੜੀ ਹੈ, ਕਿਸਾਨੀ ਦੇ ਨਾਲ ਸੰਬੰਧਿਤ 3 ਆਰਡੀਨੈਂਸ ਕੇਂਦਰ ਸਰਕਾਰ ਨੇ ਕੀਤੇ ਨੇ, ਜਿਹੜੇ ਠੇਕਾ ਖੇਤੀ ਕਰਨ ਬਾਰੇ ਹੈਗੇ ਆ, ਹਾਂਜੀ, ਉਹਦੇ ਨਾਲ ਜਿਹੜਾ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਐਕਟ ਨੇ, ਜਿਹੜੇ ਪਹਿਲੇ ਚੱਲਦੇ ਕਾਨੂੰਨ ਸੀਗੇ ਉਹਨਾਂ ਨੂੰ ਖਤਮ ਕਰਕੇ, ਮਤਲਬ ਉਹ 3 ਆਰਡੀਨੈਂਸ ਜਿਹੜੇ ਕੇਂਦਰ ਸਰਕਾਰ ਨੇ ਕੀਤੀ। MSP ਬਾਰੇ ਉਹਨਾਂ 'ਚ ਇਹ ਨਹੀਂ ਕਿਹਾ ਗਿਆ ਵੀ MSP ਖਤਮ ਕੀਤੀ ਜਾਊਗੀ, ਘੱਟੋ ਘੱਟ ਸਮਰਥਨ ਮੁੱਲ ਜਿਹੜਾ ਉਹ ਖਤਮ ਕਰਨ ਦੀ ਨਹੀਂ ਗੱਲ ਕੀਤੀ ਗਈ, ਪਰ ਇਨਡਾਇਰੈਕਟ ਇਹੀ ਸਮਝਿਆ ਜਾਂਦਾ ਕਿ ਉਹਦੇ ਵਿੱਚ ਜਿਹੜਾ
ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਜਿਹੜਾ ਬਿਆਨ ਆਇਆ ਵੀ ਸਮਰਥਨ ਮੁੱਲ ਜਿਹੜੇ ਦੇਸ਼ ਦੇ ਲਈ ਠੀਕ ਨਹੀਂ ਹੋਣਗੇ, ਤੇ ਇਸ ਦਾ ਮਤਲਬ ਵੀ ਕੇਂਦਰ ਸਰਕਾਰ ਘੱਟੋ ਘੱਟ ਭਾਵ ਜਾਂ ਸਮਰਥਨ ਮੁੱਲ ਉਹਦੇ ਤੋਂ ਭੱਜੇਗੀ। ਪਰ ਸੁਖਬੀਰ ਬਾਦਲ ਨੇ ਇਸ ਮੁੱਦੇ ਦੇ ਉੱਪਰ ਵੱਖਰੀ ਸਟੈਂਡ ਲਿਆ। ਉਹਨਾਂ ਕਿਹਾ ਵੀ ਨਹੀਂ, ਇਹ ਜਿਹੜੇ ਕੇਂਦਰ ਸਰਕਾਰ ਦੇ ਆਰਡੀਨੈਂਸ ਆ ਉਹਨਾਂ ਨੂੰ ਉਹਨੇ ਜਸਟੀਫਾਈ ਕੀਤਾ। ਇਹਦੇ ਉੱਪਰ ਜਿਹੜੀ ਸਿਆਸਤ ਹੈ ਉਹ ਕਾਫੀ ਗਰਮਾਈ ਹੋਈ ਹੈ। ਤੁਹਾਨੂੰ ਨਹੀਂ ਲੱਗਦਾ ਵੀ ਇਹਦੇ ਉੱਪਰ ਜਿਹੜਾ ਸੁਖਬੀਰ ਬਾਦਲ ਦਾ ਸਟੈਂਡ ਹੈ ਉਹ ਫੇਰ ਕਾਰਪੋਰੇਟ ਨੂੰ ਕਿਤੇ ਨਾ ਕਿਤੇ ਹਮਾਇਤ ਕਰੇਗਾ ਜਾਂ ਇਸ ਪਾਸੇ ਵੱਲ ਨੂੰ ਜਾਏਗਾ? ਦੇਖੋ, ਜਿਹੜਾ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਦਾ ਸਟੈਂਡ ਹੈ, ਉਹਨਾਂ ਦਾ ਸਿਰਫ ਹਰਸਿਮਰਤ ਬਾਦਲ ਦੀ ਮਿਨਿਸਟਰੀ ਬਚਾਉਣ ਵਾਲਾ ਸਟੈਂਡ ਹੈ। ਜਦੋਂ ਦਿੱਲੀ ਵੋਟ ਪੈਂਦੀ ਹੈ ਉਹ ਇਹਨਾਂ ਦੇ ਹਰ ਆਰਡੀਨੈਂਸ ਦੇ ਹੱਕ 'ਚ ਵੋਟ ਪਾਉਂਦੇ ਨੇ, ਚਾਹੇ ਧਾਰਾ 370 ਦੀ ਗੱਲ ਕਰ ਲਓ, ਬਾਹਰ ਆ ਕੇ ਰੌਲਾ ਉਲਟ ਪਾਉਂਦੇ ਨੇ। ਇਹੀ ਗੱਲ ਇਹ ਇੱਥੇ ਕਰ ਰਹੇ ਨੇ। ਇੱਕ ਪਾਸੇ ਤਾਂ ਇਹ ਉੱਥੇ ਸਮਰਥਨ ਦੇ ਆਏ ਜੀ ਉਹਨਾਂ ਤਿੰਨਾਂ ਐਕਟਸ ਨੂੰ, ਇੱਥੇ ਆ ਕੇ ਕਹਿੰਦੇ ਨੇ ਅਸੀਂ ਬੀਜੇਪੀ ਨਾਲ ਮੋਰਚਾ ਲਾਵਾਂਗੇ, ਕਿਸਾਨ ਜਥੇਬੰਦੀਆਂ ਨੂੰ ਕਹਿੰਦੇ ਨੇ ਤੁਹਾਡੇ ਨਾਲ ਲੱਗਾਂਗੇ। ਬਿਲਕੁਲ ਸ਼੍ਰੋਮਣੀ ਅਕਾਲੀ ਦਲ ਔਰ ਪੰਜਾਬ ਦੀਆਂ ਪਾਰਟੀਆਂ ਨੂੰ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਵੀ ਜਿਹੜਾ ਕਿਸਾਨਾਂ ਦੇ ਆਰਡੀਨੈਂਸ, ਕਿਸਾਨ ਮਾਰੂ ਆਰਡੀਨੈਂਸ ਨੇ ਬਿਲਕੁਲ ਲਾਗੂ ਨਹੀਂ ਹੋਣ ਦੇਣੀ ਚਾਹੀਦੀ। ਕਾਰਪੋਰੇਟ ਵਰਲਡ ਕਰਵਾ ਰਿਹਾ ਹੈ, ਕਿਉਂਕਿ ਕਾਰਪੋਰੇਟ ਵਰਲਡ ਹੁਣ ਫੂਡ ਬਿਜ਼ਨਸ 'ਚ ਐਂਟਰ ਹੋਣਾ ਚਾਹੁੰਦਾ ਹੈ। ਅੱਛਾ, ਉਹ ਇਹ ਚਾਹੁੰਦਾ ਵੀ ਜਿੰਨੀ ਜ਼ਮੀਨਾਂ ਨੇ ਅਸੀਂ ਲੀਜ਼ ਤੇ ਲੈ ਕੇ ਅਸੀਂ ਆਪਦੀ ਜਿਹੜੀ ਆਪਦੇ ਤਰੀਕੇ ਨਾਲ ਪ੍ਰੋਡਿਊਸ ਪੈਦਾ ਕਰਕੇ ਆਪਦੇ ਤਰੀਕੇ ਨਾਲ ਵੇਚੀਏ। ਤੁਹਾਨੂੰ ਸੁਣਿਆ ਹੋਣਾ ਤੁਸੀਂ, ਰਿਲਾਇੰਸ ਵਾਲਿਆਂ ਨੇ 1000 ਏਕੜ ਜ਼ਮੀਨ ਮਹਾਰਾਸ਼ਟਰ 'ਚ ਲੀਜ਼ ਤੇ ਲਈ ਹੈ। ਉਹ ਜੋ ਅੰਬ ਲਾਉਂਦੇ ਨੇ ਐਕਸਪੋਰਟ ਕੁਆਲਿਟੀ ਦੇ, ਜਿਹੜਾ 250 ਰੁਪਏ ਕਿਲੋ ਅੰਬ ਵਿਕਦਾ, ਜਿਹੜੀ ਅਲੀਟ ਕਲਾਸ, ਜਾਮਨਗਰ 'ਚ ਉਹਨਾਂ ਦਾ ਅਲੀਟ ਕਲਾਸ, ਠੀਕ ਹੈ ਨਾ ਜੀ। ਇਹ ਹੁਣ ਜਿਹੜੀਆਂ ਕਾਰਪੋਰੇਟ ਹਾਊਸ ਹੁਣ ਇਸ ਪਾਸੇ ਤੁਰ ਪਏ ਵੀ, ਚਾਹੇ ਉਹ ਆਪਾਂ ਵੇਅਰ ਹਾਊਸ ਬਣਾਉਣ ਦੀ ਗੱਲ ਕਰੀਏ, ਚਾਹੇ ਆਪਾਂ ਅਡਾਨੀ ਹੋਣਾ ਨੇ ਜਿਹੜੇ ਉਹ ਬਣਾਏ ਹੋਏ ਨੇ ਆਪਦੇ ਜਿਹੜੇ ਸੈਲੂਲਰ ਉਹ ਬਣਾਏ ਹੋਏ ਨੇ ਉਹਦੀ ਗੱਲ ਕਰੀਏ, ਮੋਗੇ ਦੇ ਕੋਲੇ ਆ, ਠੀਕ ਆ, ਚਾਹੇ ਆਪਾਂ ਫੂਡ ਦੇ ਕਿਸੇ ਹੋਰ ਗੱਲ ਕਰੀਏ। ਕਾਰਪੋਰੇਟ ਵਰਲਡ ਇਹ ਚਾਹੁੰਦਾ ਹੁਣ ਵੀ ਅਸੀਂ ਪੰਜਾਬ ਦੀਆਂ ਜਾਂ ਹੋਰ ਜਿਹੜੀਆਂ ਜ਼ਮੀਨਾਂ ਲੀਜ਼ਾਂ ਤੇ ਲੈ ਕੇ, ਕਿਉਂਕਿ ਇਹ ਇੰਨਾ ਨੁਕਸਾਨਦਾਇਕ ਨੇ ਜੀ ਤਿੰਨੇ ਐਕਟ ਜੇ ਲਾਗੂ ਹੋ ਜਾਂਦੇ ਨੇ, ਕਿਸਾਨ ਜਮਾ ਮਰ ਜੂਗਾ ਉਹਦੇ ਨਾਲ। ਇਸ ਕਰਕੇ ਇਹਦਾ ਵਿਰੋਧ ਕਰਨਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਵੀ ਇਹਦਾ, ਢੀਂਡਸਾ ਗਰੁੱਪ ਵੀ ਇਹਦਾ ਵਿਰੋਧ ਕਰੂਗਾ, ਅਸੀਂ ਵਿਰੋਧ ਕਰਾਂਗੇ ਇਹਦਾ, ਔਰ ਇਹ ਕਰਨਾ ਚਾਹੀਦਾ। ਕੀ ਇਹ ਹੋ ਸਕਦਾ ਵੀ ਅਗਲਾ ਜਿਹੜਾ ਪੰਜਾਬ ਦੇ ਵਿੱਚ ਚੋਣਾਂ ਹੋਣ, ਇਹ ਤਿੰਨੇ ਜਿਹੜੇ ਆਰਡੀਨੈਂਸ ਨੇ ਕੇਂਦਰ ਸਰਕਾਰ ਨੇ ਜਾਰੀ ਕੀਤੇ ਆ, ਕਿ ਇਹਨਾਂ ਦੁਆਲੇ ਕੋਈ ਗੱਲ ਹੋ ਸਕਦੀ ਹੈ? ਬਿਲਕੁਲ ਹੋ ਸਕਦੀ ਹੈ। ਕਿ ਇਹ ਆਧਾਰ ਬਣ ਸਕਦੇ ਅਗਲੀਆਂ ਚੋਣਾਂ ਲਈ? ਬਣ ਸਕਦੇ ਨੇ, ਦੇਖੋ ਬਣ ਸਕਦੇ ਨੇ ਜੀ, ਬਿਲਕੁਲ ਬਣ ਸਕਦੇ ਨੇ, ਕਿਉਂਕਿ ਦੇਖੋ ਪੰਜਾਬ ਸਟੇਟ ਕਿਸਾਨੀ ਤੇ ਡਿਪੈਂਡੈਂਟ ਹੈ। ਪਰ ਇਹਦੇ ਉੱਪਰ ਤਾਂ ਜਿਹੜੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਉਹਨਾਂ ਵੀ ਲਿਆ ਵੀ ਇਹ ਪੰਜਾਬ ਦੀ ਜਿਹੜੀ ਹੋਂਦ ਦਾ ਸਵਾਲ ਖੜਾ ਹੋ ਗਿਆ ਤਿੰਨੇ ਆਰਡੀਨੈਂਸ। ਇਸ ਕਰਕੇ ਅਸੀਂ ਆਪਣੇ ਉਹਨਾਂ ਨੇ MLA ਦੀ ਵੀ ਮੀਟਿੰਗ ਕੀਤੀ ਹੈ। ਉਹ ਤੋਂ ਬਾਅਦ ਉਹਨਾਂ ਨੇ ਰਣਨੀਤੀ ਦਾ ਵੀ ਐਲਾਨ ਕੀਤਾ ਵੀ ਅਸੀਂ ਸੂਬੇ ਦੇ ਲੋਕਾਂ ਨੂੰ ਜਾਗਰੂਕ ਕਰਾਵਾਂਗੇ ਵੀ ਇਹ ਆਰਡੀਨੈਂਸ ਕਿਸੇ ਤਰੀਕੇ ਨਾਲ ਵੀ ਸਾਡੇ ਹੱਕ ਦੇ ਵਿੱਚ ਨਹੀਂ, ਇਸ ਕਰਕੇ ਆਰਡੀਨੈਂਸ ਨਹੀਂ ਰਹਿਣੇ ਚਾਹੀਦੇ। ਦੇਖੋ ਜੀ, ਮੈਂ ਸਮਝਦਾ ਇਸ ਵਿਸ਼ੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਹੈ। ਸਾਰੀਆਂ ਪਾਰਟੀਆਂ ਦਾ ਸਮਰਥਨ ਮਿਲ ਜੂਗਾ ਉਹਨੂੰ, ਬੀਇੰਗ ਏ ਚੀਫ ਮਿਨਿਸਟਰ। ਇੱਕ ਸੈਸ਼ਨ ਬੁਲਾ ਕੇ, ਸੈਸ਼ਨ ਪਾਰਲੀਮੈਂਟ ਅਸੈਂਬਲੀ ਦਾ, ਉਹਦੇ 'ਚ ਮਤਾ ਪਾਸ ਕਰਕੇ ਭੇਜਣਾ ਚਾਹੀਦਾ ਵੀ ਪੰਜਾਬ ਇਹਦਾ ਵਿਰੋਧ ਕਰਦਾ, ਜਿਵੇਂ ਪਾਣੀਆਂ ਦਾ ਮਤਾ ਬਣਾ ਕੇ ਭੇਜਿਆ ਸੀ, ਇਹਦਾ ਮਤਾ ਬਣਾ ਕੇ ਭੇਜਣਾ ਚਾਹੀਦਾ। ਔਰ ਬਿਲਕੁਲ ਤੁਹਾਡੀ ਗੱਲ ਠੀਕ ਹੈ, ਦੋਨੇ ਵਿਸ਼ੇ, ਪਾਣੀਆਂ ਦਾ ਵਿਸ਼ਾ ਔਰ ਇਹ ਆਰਡੀਨੈਂਸਸ ਦਾ ਵਿਸ਼ਾ, ਇਹ ਇੱਕ ਮੇਨ ਵਿਸ਼ਾ ਬਣ ਸਕਦਾ ਅਗਲੇ ਆਉਣ ਵਾਲੇ ਇਲੈਕਸ਼ਨਾਂ 'ਚ। ਇਹ ਜੇ ਮੇਨ ਵਿਸ਼ਾ ਇਹ ਬਣਦਾ ਤੇ ਫਿਰ, ਕਿਉਂਕਿ ਇਹਦੇ ਵਿੱਚ ਮੈਨੂੰ ਇਹ ਲੱਗਦਾ ਵੀ ਕੈਪਟਨ ਅਮਰਿੰਦਰ ਸਿੰਘ ਸਰਵ ਪਾਰਟੀ ਮੀਟਿੰਗ ਵੀ ਸੱਦਣ, ਜੋ ਉਹਨਾਂ ਨੇ ਬਿਆਨਬਾਜ਼ੀ ਵੀ ਕੀਤੀ, ਉਹਨਾਂ ਕਿਹਾ ਵੀ ਇਹ ਫੈਡਰਲਿਜ਼ਮ ਦੇ ਹਮਲਾ ਹੈ ਤੇ ਸੂਬਿਆਂ ਨੂੰ ਕੰਸਲਟ ਨਹੀਂ ਕੀਤਾ ਗਿਆ, ਉਹਨਾਂ ਦੀ ਸਲਾਹ ਨਹੀਂ ਲਈ ਗਈ। ਇਹਦੇ ਉੱਪਰ ਸਲਾਹ ਲਈ ਜਾਣੀ ਚਾਹੀਦੀ ਸੀਗੀ, ਕਿਉਂਕਿ ਖੇਤੀਬਾੜੀ ਸੂਬਿਆਂ ਦਾ ਵਿਸ਼ਾ ਹੈ। ਜੇ ਇਹ ਵਿਸ਼ਾ ਬਣਦਾ ਹੈ ਜਾਂ ਇਹ ਮਾਮਲਾ ਸੈਂਟਰ ਸਟੇਜ ਬਣਦਾ ਤਾਂ ਇਹਦਾ ਐਡਵਾਂਟੇਜ ਕਾਂਗਰਸ ਪਾਰਟੀ ਨੂੰ ਨਹੀਂ ਹੋਏਗਾ। ਜ਼ਰੂਰੀ ਨਹੀਂ ਹੈ, ਜਦੋਂ ਆਲ ਪਾਰਟੀ ਦੀ ਗੱਲ ਹੋ ਗਈ, ਜਦੋਂ ਸਾਰੀਆਂ ਪਾਰਟੀਆਂ ਨੇ ਸਮਰਥਨ ਦਿੱਤਾ, ਇਹ ਨਹੀਂ ਜ਼ਰੂਰੀ ਹੈ ਵੀ ਉਹਦਾ ਬੈਨੀਫਿਟ ਕਾਂਗਰਸ ਨੂੰ ਜਾਊਗਾ। ਕਿਸਾਨ ਯੂਨੀਅਨਾਂ ਵੀ ਲੱਗਣਗੀਆਂ ਨਾਲ ਉਹਦੇ 'ਚ, ਸਾਰੀਆਂ ਪਾਰਟੀਆਂ ਲੱਗਣਗੀਆਂ, ਜਿਹਦੇ ਕਰਕੇ ਦੇਖੋ ਜਾਂ ਤਾਂ ਕੱਲੀ ਕਾਂਗਰਸ ਨੇ ਲੀਡ, ਦੇਖੋ ਜੇ ਕਾਂਗਰਸ ਕੋਈ ਵੀ ਧਰਨੇ ਲਾਉਂਦੀ ਹੈ, ਜਿਵੇਂ ਤੁਸੀਂ ਦੱਸ ਰਹੇ ਹੋ, ਕੋਈ ਵੀ ਲੋਕਾਂ ਨੂੰ ਮੂਵ ਕਰਦੀ ਹੈ, ਤਾਂ ਉਹ ਇਹ ਵੀ ਦੇਖਿਆ ਜਾਊਗਾ ਵੀ ਇਹਨਾਂ ਦਾ ਬਾਈ ਇਲੈਕਸ਼ਨ ਏਜੰਡਾ ਤਾਂ ਕਰ ਰਹੇ ਨੇ। ਨਹੀਂ, ਇਹਦੇ ਉੱਪਰ ਤਾਂ ਆਮ ਆਦਮੀ ਪਾਰਟੀ ਨੇ ਵੀ ਐਲਾਨ ਕੀਤਾ ਵੀ ਉਹਨਾਂ ਨੇ ਵੀ ਵਿਰੋਧ ਕਰਨ ਦਾ। ਨਹੀਂ, ਕਰਨਾ ਪੈਣਾ ਜੀ, ਇਹ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ ਕਰਨਾ ਪੈਣਾ, ਕਿਉਂਕਿ ਆਪਣੀ ਹੋਂਦ ਹੀ ਕਿਸਾਨੀ ਤੇ ਹੈ ਜੀ। ਜੇ ਆਪਣੀ ਹੋਂਦ ਨੂੰ ਖਤਰਾ ਪੈ ਗਿਆ, ਦੋ ਐਸਪੈਕਟ ਨੇ ਆਪਣੇ, ਦੋਨਾਂ ਦੀ ਮਰ ਰਹੇ ਆਪਾਂ, ਤਾਂ ਆਰਡੀਨੈਂਸ ਤੇ ਵੀ ਮਰ ਰਹੇ ਹਾਂ ਤੇ ਪਾਣੀ ਤੇ ਵੀ ਮਰ ਰਹੇ ਆਪਾਂ। ਅੱਛਾ, ਇੱਕ ਦੱਸੋ, ਮਤਲਬ ਜਿੰਨੀਆਂ ਵੀ ਚੋਣਾਂ ਪਹਿਲੀਆਂ ਹੁੰਦੀਆਂ ਸੀ, ਪਿਛਲੀਆਂ 1-2 ਚੋਣਾਂ ਨੂੰ ਛੱਡ ਕੇ, ਖੱਬੀਆਂ ਧਿਰਾਂ ਦਾ ਇੱਕ ਰੋਲ ਹੁੰਦਾ ਸੀਗਾ। ਉਹ ਵੀ ਚੋਣਾਂ ਦੇ ਵਿੱਚ ਉਹਨਾਂ ਮੇਰੇ ਖਿਆਲ 3 ਕੁ ਚੋਣਾਂ ਹੋ ਗਈਆਂ ਜਦੋਂ ਉਹਨਾਂ ਦੇ ਉਮੀਦਵਾਰ ਨਹੀਂ ਜਿੱਤਦੇ। ਉਹ ਤੋਂ ਪਹਿਲਾਂ ਉਹਨਾਂ ਦੀ ਬਕਾਇਦਾ ਇਸ ਵਿਧਾਨ ਸਭਾ ਦੇ ਵਿੱਚ ਹਾਜ਼ਰੀ ਹੁੰਦੀ ਸੀ, ਉਹਨਾਂ ਦੇ 2 ਜਿੱਤਣ, 3 ਜਿੱਤਣ, ਕਈ ਵਾਰੀ 11 ਤੱਕ ਵੀ ਜਾਂ ਇਹ ਤੋਂ ਵੱਧ ਵੀ ਜਿੱਤੇ ਆ। ਪਰ ਹੌਲੀ ਹੌਲੀ ਜਿਹੜੀ ਆ ਉਹ ਘਟ ਗਈ। ਕੀ ਉਹਨਾਂ ਦਾ ਵੀ ਇਸ ਜਿਹੜੇ ਕੋਈ ਗੱਠਜੋੜ ਬਣੇਗਾ
ਜਾਂ ਪੰਜਾਬ ਦੇ ਵਿੱਚ ਤੀਜਾ ਕੋਈ ਬਦਲ ਬਣੇਗਾ ਉਹਨਾਂ ਦੇ ਵੀ ਕੋਈ ਯੋਗਦਾਨ ਹੋਏਗਾ? ਦੇਖੋ ਜੀ, ਗੱਲ ਇਹ ਹੈ, ਢੀਂਡਸਾ ਸਾਹਿਬ ਉਹਨਾਂ ਨੇ ਜਾਂ ਲੀਡਰ ਸਾਰੇ ਇੱਕੋ ਗੱਲ ਕਹਿੰਦੇ ਨੇ ਵੀ ਸਿਰਫ ਕਾਂਗਰਸ ਤੇ ਅਕਾਲੀ ਦਲ ਛੱਡ ਕੇ ਸਾਡਾ ਕਿਸੇ ਵੀ ਪਾਰਟੀ ਨਾਲ ਸਮਝੌਤਾ, ਚੋਣ ਸਮਝੌਤਾ ਹੋ ਸਕਦਾ, ਭਾਵੇਂ ਉਹ ਖੱਬੀਆਂ ਪਾਰਟੀਆਂ ਨੇ, ਭਾਵੇਂ ਉਹ BSP ਹੈ, ਭਾਵੇਂ ਆਮ ਆਦਮੀ ਪਾਰਟੀ ਹੈ, ਕਿਸੇ ਨਾਲ ਵੀ ਸਮਝੌਤਾ ਹੋ ਸਕਦਾ ਜਿਹੜਾ ਪੰਜਾਬ ਦੇ ਹਿੱਤਾਂ ਦੀ ਗੱਲ ਕਰੂਗਾ। ਬੀਜੇਪੀ ਬਾਰੇ ਕੀ ਹੈ? ਬੀਜੇਪੀ ਨਾਲ ਵੀ ਉਹਨਾਂ ਨੇ ਕਿਹਾ ਵੀ ਹੋ ਸਕਦਾ, ਕੋਈ ਇਹੀ ਗੱਲ ਨਹੀਂ। ਪਰ ਬੀਜੇਪੀ ਦੀਆਂ ਨੀਤੀਆਂ ਦੇ ਖਿਲਾਫ ਜੇ ਤਿੰਨੇ ਆਰਡੀਨੈਂਸਾਂ ਦੀ ਗੱਲ ਬਣਦੀ ਹੈ ਤਾਂ ਫਿਰ ਤਾਂ ਉਹ ਬੀਜੇਪੀ ਦਾ ਨਹੀਂ। ਦੇਖੋ, ਜੇ ਆਪਾਂ ਬੀਜੇਪੀ ਦਾ ਵਿਰੋਧ ਕਰਦੇ ਆ ਨਾ ਆਰਡੀਨੈਂਸ ਤੇ, ਹਾਂਜੀ, ਠੀਕ ਹੈ ਨਾ, ਫਿਰ ਜੇ ਕੱਲ ਨੂੰ ਕੋਈ ਹਾਲਾਤ ਐਸੇ ਬਣ ਜਾਂਦੇ ਨੇ ਆਰਡੀਨੈਂਸ ਤੇ ਉਹ ਨਜ਼ਰਸਾਨੀ ਕਰਦੇ ਨੇ, ਉਹਨੂੰ ਕੰਸੀਡਰ ਕਰਦੇ ਨੇ, ਤਾਂ ਸੋਚਿਆ ਜਾ ਸਕਦਾ ਇਹਦੇ ਬਾਰੇ। ਜੇ ਨਹੀਂ ਕਰਨਗੇ ਤਾਂ ਫਿਰ ਨਾ ਹੋਊਗਾ ਜੀ। ਨਹੀਂ, ਬੀਜੇਪੀ ਤਾਂ ਅੱਜ ਦੀ ਡੇਟ ਦੇ ਵਿੱਚ ਅਕਾਲੀ ਦਲ ਨਾਲ ਹੈ ਤੇ ਉਹਨਾਂ ਦੀ ਇਸ ਗੱਲ ਨੂੰ ਲੈ ਕੇ ਥੋੜਾ ਟਕਰਾਅ, ਜੇ ਦੇਖੋ, ਜੇ ਤਾਂ ਬੀਜੇਪੀ ਇਸ ਗੱਲ ਨੂੰ ਲੈ ਕੇ ਟਕਰਾਅ ਕਿ ਉਹ ਸੀਟਾਂ ਵੱਧ ਚਾਹੁੰਦੇ ਨੇ। ਦੇਖੋ, ਜੇ ਬੀਜੇਪੀ ਤੇ ਅਕਾਲੀ ਦਲ ਇਕੱਠੇ ਨੇ ਫਿਰ ਤਾਂ ਉਹਨਾਂ ਨਾਲ ਹੋ ਹੀ ਨਹੀਂ ਸਕਦਾ ਜੀ। ਜੇ ਉਹ ਬਾਹਰ ਆਉਂਦੇ ਨੇ ਸਮਝੌਤੇ ਤੋਂ, ਜਿਵੇਂ ਅੱਜ ਕੱਲ੍ਹ ਸੰਭਾਵਨਾਵਾਂ ਦੇਖੀਆਂ ਜਾ ਰਹੀਆਂ ਨੇ ਕਿ ਸ਼ਾਇਦ ਬੀਜੇਪੀ ਤੇ ਅਕਾਲੀ ਦਲ ਦਾ ਸਮਝੌਤਾ ਨਾ ਰਹੇ, ਅੱਛਾ, ਤਾਂ ਉਹਦੇ 'ਚ ਫਿਰ ਜੇ ਬੀਜੇਪੀ ਦੀ ਕੋਈ ਆਫਰ ਆਉਂਦੀ ਹੈ ਵੀ ਕਰਨਾ ਚਾਹੁੰਦੇ ਆ, ਉਹ ਮੌਕੇ ਦੇ ਹਾਲਾਤ ਮੌਕੇ ਦੇ ਕੀ ਬਣਨਗੇ ਉਹਦੇ ਮੁਤਾਬਕ ਦੇਖਿਆ ਜਾਊਗਾ ਜੀ। ਇਹ ਅੱਜ ਨਹੀਂ ਕਹਿ ਸਕਦੇ। ਨਹੀਂ, ਹਰ ਚੋਣ ਦੇ ਵਿੱਚ ਜਦੋਂ ਵੀ ਮੈਂ ਪਿਛਲੇ 10 ਸਾਲਾਂ ਤੋਂ ਹੋ ਰਿਹਾ ਜਾਂ 15 ਸਾਲਾਂ ਤੋਂ ਜਦੋਂ ਵੀ ਚੋਣ ਆਉਂਦੀ ਹੈ, ਉਹ ਤੋਂ ਪਹਿਲਾਂ ਬੀਜੇਪੀ ਦਾ ਇਹ ਆਉਂਦਾ ਵੀ ਸਾਨੂੰ ਵੱਧ ਸੀਟਾਂ ਮਿਲਣੀਆਂ ਚਾਹੀਦੀਆਂ। ਜਦੋਂ ਚੋਣਾਂ ਨੇੜੇ ਆ ਜਾਂਦੀਆਂ ਉਦੋਂ ਇਹ ਗੱਲ ਜਿਹੜੀ ਹੈ ਸਾਈਡ ਤੇ ਰਹਿ ਜਾਂਦੀ ਹੈ, ਵੱਧ ਸੀਟਾਂ ਵਾਲਾ ਮਾਮਲਾ ਖਤਮ ਹੋ ਜਾਂਦਾ ਤੇ ਉਹ ਫਿਰ ਜਿਹੜੀਆਂ ਉਹਨਾਂ ਨੂੰ 23 ਸੀਟਾਂ ਵਿਧਾਨ ਸਭਾ ਦੀਆਂ ਤੇ ਲੋਕ ਸਭਾ ਦੀਆਂ 3 ਸੀਟਾਂ ਮਿਲਦੀਆਂ ਨੇ, ਉਹਦੇ ਨਾਲ ਗੱਲਬਾਤ ਹੋ ਕੇ ਮਾਮਲਾ ਨਿਬੜ ਜਾਂਦਾ। ਕੀ ਅਗਲੀ ਵਾਰੀ ਵੀ ਇਹੋ ਜਿਹਾ ਕੁਝ ਹੋਣ ਦੀ ਪੋਸੀਬਿਲਿਟੀ? ਜੰਮੂ ਸਾਹਿਬ, ਜਿਹੜੀ ਗੱਲ ਆਪਾਂ ਕਰਦੇ ਆ ਨਾ ਪਿਛਲੇ ਸਮਝੌਤਿਆਂ ਦੀ, ਉਦੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤਕੜਾ ਸੀ। ਹਾਂਜੀ, 97 ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾ ਗਿਆ। 2002 ਚ ਬੜੀਆਂ ਥੋੜੀਆਂ ਵੋਟਾਂ ਤੇ ਸੀਟਾਂ ਤੇ ਸਰਕਾਰ ਰਹੇਗੀ ਸ਼੍ਰੋਮਣੀ ਅਕਾਲੀ ਦਲ ਦੀ, ਕੈਪਟਨ ਅਮਰਿੰਦਰ ਸਿੰਘ ਬਣਾ ਗਿਆ। 2007 ਚ ਫੇਰ ਬਣਾ ਗਿਆ, 12 ਚ ਫੇਰ ਬਣਾ ਗਿਆ ਅਕਾਲੀ ਦਲ। ਹਾਂਜੀ, 17 ਤੱਕ ਬੀਜੇਪੀ ਇਹ ਦੇਖਦੀ ਸੀ ਵੀ ਅਕਾਲੀ ਦਲ ਤਕੜਾ ਹੈ, ਇਹ ਸਰਕਾਰ ਬਣਾ ਸਕਦਾ, ਸਰਕਾਰ ਦਾ ਹਿੱਸਾ ਬਣੀ ਹੈ। ਪਰ 2017 ਦਾ ਰਿਜ਼ਲਟ ਦੇਖ ਕੇ ਅੱਜ ਬੀਜੇਪੀ ਇਹ ਸੋਚ ਰਹੀ ਹੈ ਵੀ ਕੀ ਸਾਨੂੰ ਇਹਨਾਂ ਨਾਲ ਸਮਝੌਤਾ ਰੱਖਣਾ ਚਾਹੀਦਾ ਕਿ ਨਹੀਂ। ਅੱਜ ਸਥਿਤੀ ਇਹ ਬਣੀ ਹੋਈ ਹੈ। ਦੂਸਰਾ, ਸੈਂਟਰ 'ਚ ਫਰਕ ਪੈ ਗਿਆ, ਦੁਬਾਰਾ ਮੋਦੀ ਪ੍ਰਾਈਮ ਮਿਨਿਸਟਰ ਆ ਗਿਆ। ਉਹ ਉੱਥੇ ਸੈਂਟਰ 'ਚ ਗਵਰਨਮੈਂਟ ਆਫ ਇੰਡੀਆ ਉਹਨਾਂ ਕੋਲੇ ਹੋਣ ਕਰਕੇ ਉਹ ਥੋੜੇ ਜਿਹਾ ਭਾਰੂ ਹੋਏ ਨੇ। ਅੱਜ ਉਹ 59 ਸੀਟਾਂ ਦੀ ਗੱਲ ਕਰਦੇ ਨੇ ਜੀ। ਤੁਸੀਂ ਮੈਨੂੰ ਦੱਸੋ, ਕੀ ਪੰਜਾਬ 'ਚ ਬੀਜੇਪੀ 59 ਸੀਟਾਂ ਜਿੱਤਣ ਦੇ ਸਮਰਥ ਹੈਗੀ? ਠੀਕ ਹੈ ਨਾ, ਗੱਲਾਂ ਕਰਦੇ ਨੇ ਅਸੀਂ 59 ਸੀਟਾਂ ਦੀਆਂ ਲੜਾਂਗੇ ਜੀ, ਠੀਕ ਹੈ ਨਾ, ਕੱਲਾ ਲੜਨ ਦੀਆਂ ਗੱਲਾਂ ਕਰਦੇ ਨੇ ਉਹਨਾਂ ਦੇ ਲੀਡਰ। ਪਰ ਇਹ ਜਿਹੜੀ ਸਥਿਤੀ ਹੈ ਨਾ, ਇਹ ਜਦੋਂ ਇਹ 2022 ਦੇ ਨੇੜੇ ਸਮਾਂ ਆਊਗਾ ਉਦੋਂ ਕੀ ਹਾਲਾਤ ਬਣਦੇ ਨੇ, ਬੀਜੇਪੀ ਵੀ ਉਦੋਂ ਸੋਚੂਗੀ, ਅਕਾਲੀ ਦਲ ਜਿਹੜਾ ਨਵਾਂ ਬਣੂਗਾ ਉਹ ਵੀ ਉਦੋਂ ਸੋਚੂਗਾ, ਔਰ ਅਕਾਲੀ ਦਲ ਬਾਦਲ ਗਰੁੱਪ ਵੀ ਉਦੋਂ ਸੋਚੂਗਾ ਵੀ ਕਿਹਦੇ ਨਾਲ ਸਮਝੌਤਾ ਕਰਨਾ, ਔਰ ਥਰਡ ਫਰੰਟ ਵੀ ਉਦੋਂ ਹੀ ਇਮਰਜ ਹੋਊਗਾ। ਜੇ ਆਪਾਂ ਅੱਜ ਕਹਿ ਅੱਜ ਨਹੀਂ ਹੋਣਾ, ਇਹ 6 ਮਹੀਨੇ ਪਹਿਲਾਂ ਚੋਣਾਂ ਤੋਂ ਇਹ ਸਾਰੀਆਂ ਡਿਵੈਲਪਮੈਂਟਸ ਹੁੰਦੀਆਂ। ਅੱਜ ਤਾਂ ਸ਼੍ਰੋਮਣੀ ਅਕਾਲੀ ਦਲ ਬਣ ਜਾਵੇ, SGPC ਦੀ ਇਲੈਕਸ਼ਨ ਤੇ ਪ੍ਰੈਸ਼ਰ ਪਾਇਆ ਜਾਵੇ, ਜੇ ਕਰਾਈ ਜਾ ਸਕੇ ਕਰਾਈ ਜਾਵੇ। ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕੇਡਰ ਹੈ ਜੇ ਉਸੇ ਨੂੰ ਸਾਂਭਿਆ ਜਾਵੇ, ਪਹਿਲਾਂ ਇਕੱਠਾ ਕੀਤਾ ਜਾਵੇ, ਉਹ ਪਲੇਟਫਾਰਮ ਨੂੰ ਰਿਵਾਈਵ ਕੀਤਾ ਜਾਵੇ, ਉਹ ਬਹੁਤ ਵੱਡੀ ਗੱਲ ਹੈ। ਤੁਹਾਨੂੰ ਲੱਗਦਾ ਵੀ ਢੀਂਡਸਾ ਸਾਹਿਬ ਇਸ ਗੱਲ ਦੇ ਕੈਪੇਬਲ ਹੋ ਜਾਣਗੇ, ਯੋਗ ਹੋ ਜਾਣਗੇ, ਜਿਹੜੀ ਉਹਨਾਂ ਦੀ ਉਮਰ ਹੈ ਉਹਨਾਂ ਸਾਰੀਆਂ ਗੱਲਾਂ ਨੂੰ ਦੇਖਦਿਆਂ ਹੋਇਆ? ਦੇਖੋ, ਢੀਂਡਸਾ ਸਾਹਿਬ ਦਾ ਨਿਸ਼ਾਨਾ ਕੋਈ ਮੁੱਖ ਮੰਤਰੀ ਬਣਨਾ ਜਾਂ ਕੋਈ ਸਰਕਾਰ ਚ ਆਉਣਾ ਨਹੀਂ ਹੈ। ਢੀਂਡਸਾ ਸਾਹਿਬ ਇੱਕੋ ਗੱਲ ਕਹਿੰਦੇ ਨੇ ਵੀ ਮੈਨੂੰ ਇਸ ਪਾਰਟੀ ਨੇ ਬਹੁਤ ਕੁਝ ਦਿੱਤਾ ਹੈ। ਮੈਂ ਬੜੇ ਇੱਕ ਛੋਟੇ ਜਿਹੇ ਪਰਿਵਾਰ ਚ ਜੰਮਿਆ ਸੀ, ਛੋਟੇ ਲੈਵਲ ਤੇ ਮੈਂ ਇਲੈਕਸ਼ਨ ਲੜੀਆਂ, ਇੱਥੇ ਪਹੁੰਚਾਇਆ, ਗਵਰਨਮੈਂਟ ਆਫ ਇੰਡੀਆ ਦਾ ਮੈਂ ਮਿਨਿਸਟਰ ਰਹਿ ਗਿਆ ਸੈਂਟਰ ਦਾ। ਹਾਂਜੀ, ਮੈਂ ਹੁਣ ਤੱਕ ਲਿਆ ਪਾਰਟੀ ਤੋਂ, ਸਿੱਖ ਕੌਮ ਨੇ ਮੈਨੂੰ ਦਿੱਤਾ ਹੈ, ਹੁਣ ਮੈਂ ਸਿੱਖ ਕੌਮ ਨੂੰ ਪੇ ਬੈਕ ਕਰਨਾ ਚਾਹੁੰਦਾ। ਅੱਛਾ ਜੀ, ਇਹੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਕਹਿੰਦੇ ਨੇ, ਹਾਲਾਂਕਿ 42-43 ਸਾਲ ਦੀ ਏਜ ਹੈ। ਉਹ ਕਹਿੰਦੇ ਪਾਰਟੀ ਨੇ ਮੈਨੂੰ 5 ਵਾਰੀ MLA ਬਣਾਤਾ, 2 ਵਾਰੀ ਮਿਨਿਸਟਰ ਬਣਾਤਾ, ਹਾਂਜੀ, ਮੈਨੂੰ ਮੈਨੂੰ ਕੁਝ ਵੀ ਨਾ ਮਿਲੇ, ਜੇ ਮੈਂ ਸਿਸਟਮ ਨੂੰ ਠੀਕ ਕਰਨ ਚ ਸਹਾਈ ਹੋ ਜਾ, ਮੇਰੇ ਵਾਸਤੇ ਬਹੁਤ ਵਧੀਆ ਗੱਲ ਹੈ ਇਹ। ਸੋ ਇਸ ਕਰਕੇ ਦੇਖਣਾ ਇਹ ਹੁੰਦਾ ਨਿਸ਼ਾਨਾ ਕੀ ਹੈ। ਨਿਸ਼ਾਨਾ ਢੀਂਡਸਾ ਸਾਹਿਬ ਦਾ ਮੁੱਖ ਮੰਤਰੀ ਬਣਨਾ ਨੇ। ਉਹ ਕਹਿੰਦੇ ਨਵਜੋਤ ਸਿੱਧੂ ਨੂੰ ਬਣਾ ਦਿਓ ਮੁੱਖ ਮੰਤਰੀ, ਮੈਨੂੰ ਕੋਈ ਇਤਰਾਜ਼ ਨਹੀਂ ਜੇ ਆਉਂਦਾ। ਨਹੀਂ, ਨਵਜੋਤ ਇੱਥੇ ਦੇਖੋ, ਜੇ ਇੱਥੇ ਤੱਕ ਵੀ ਉਹ ਕਹਿੰਦੇ ਨੇ ਜੇ ਉਹ ਆਉਂਦਾ ਹੈ ਤੀਜੇ ਫਰੰਟ 'ਚ ਕਿਸੇ ਵੀ ਸ਼ੇਪ 'ਚ ਆਉਣਾ ਚਾਹੁੰਦਾ, ਮੈਨੂੰ ਕੋਈ ਇਤਰਾਜ਼ ਨਹੀਂ। ਹੋਰ ਕੋਈ ਬੰਦਾ ਕੈਪੇਬਲ ਆ ਉਹਨੂੰ ਬਣਾ ਦਿਓ, ਮੈਨੂੰ ਕੋਈ ਇਤਰਾਜ਼ ਨਹੀਂ। ਅੱਛਾ, ਇਸ ਕਰਕੇ ਢੀਂਡਸਾ ਸਾਹਿਬ ਨੂੰ ਸਾਰੇ ਜਿਹੜੇ ਗਰੁੱਪ ਨੇ ਉਹ ਐਕਸੈਪਟ ਕਰ ਰਹੇ ਨੇ ਐਜ਼ ਲੀਡਰ, ਨਾਟ ਐਜ਼ ਚੀਫ ਮਿਨਿਸਟਰ ਨਹੀਂ ਕਿਹਾ ਮੈਂ ਤੁਹਾਨੂੰ, ਐਜ਼ ਲੀਡਰ ਥਰਡ ਫਰੰਟ ਦਾ ਆਰਕੀਟੈਕਟ ਢੀਂਡਸਾ ਸਾਹਿਬ ਨੂੰ ਸਾਰੇ ਐਕਸੈਪਟ ਕਰ ਰਹੇ ਨੇ ਵੀ ਢੀਂਡਸਾ ਸਾਹਿਬ ਦੇ ਸਾਰੇ ਲੀਡਰਾਂ ਨਾਲ ਰਿਲੇਸ਼ਨ ਬਹੁਤ ਵਧੀਆ ਨੇ, ਬੜੇ ਕੂਲ ਮਾਈਂਡਡ ਬੰਦੇ ਨੇ ਉਹ। ਪਰ ਜਿੱਥੋਂ ਤੁਸੀਂ ਨਵਜੋਤ ਸਿੱਧੂ ਹੋਣਾ ਦੀ ਗੱਲ ਕੀਤੀ ਹੈ, ਨਵਜੋਤ ਸਿੱਧੂ ਹੋਣਾ ਬਾਰੇ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਹੈ ਤੇ ਕਨਵੀਨਰ ਨੇ ਅਰਵਿੰਦ ਕੇਜਰੀਵਾਲ, ਉਹਨਾਂ ਕਿਹਾ ਵੀ ਜੇ ਸਾਡੇ ਚ ਆ ਜਾਣ ਅਸੀਂ ਵੈਲਕਮ ਕਰਦੇ ਹਾਂ। ਇਹ ਅਜੇ ਉਹਨਾਂ ਦਾ ਤੈਅ ਹੀ ਨਹੀਂ। ਇਹ ਸਥਿਤੀ ਕਦੋਂ ਪੈਦਾ ਹੋਈ ਵੀ ਨਵਜੋਤ ਸਿੰਘ ਸਿੱਧੂ ਬਾਰੇ ਢੀਂਡਸਾ ਸਾਹਿਬ ਕਹਿ ਰਹੇ ਨੇ, ਜਦੋਂ ਟਕਸਾਲੀਆਂ ਨੇ ਬਿਆਨ ਦਿੱਤਾ ਵੀ ਜੀ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਨੰਗੇ ਪੈਰੀ ਲੈ ਕੇ ਆਉਣ ਨੂੰ ਤਿਆਰ ਹਾਂ ਜੇ ਉਹ ਆ ਜਾਂਦਾ, ਠੀਕ ਹੈ ਨਾ।
ਤਾਂ ਉਦੋਂ ਫਿਰ ਸੁਖਦੇਵ ਸਿੰਘ ਢੀਂਡਸਾ ਕਹਿੰਦਾ ਮੈਨੂੰ ਕੋਈ ਇਤਰਾਜ਼ ਨਹੀਂ, ਜੇ ਨਵਜੋਤ ਸਿੱਧੂ ਆਉਂਦਾ ਆ ਜਾਵੇ ਮੈਂ ਉਹਨੂੰ ਐਕਸੈਪਟ ਕਰ ਲੂੰਗਾ, ਠੀਕ ਹੈ ਕਿ ਨਹੀਂ। ਇਸ ਕਰਕੇ ਇਹ ਜਿਹੜੀ ਗੱਲ ਹੈ ਇਹਦੇ 'ਚ ਕੋਈ ਲੀਡਰਸ਼ਿਪ ਆਰਕੀਟੈਕਟ ਬਣਨ ਵਾਲੀ ਗੱਲ ਹੈ। ਉਮਰ ਇਸ ਕਰਕੇ ਮੈਟਰ ਨਹੀਂ ਕਰਦੀ ਕਿਉਂਕਿ ਆਰਕੀਟੈਕਟ ਬਣ ਰਹੇ ਨੇ ਉਹ, ਨਾ ਕਿ ਉਹ ਕੋਈ ਉਹਨਾਂ ਦੇ ਐਂਬੀਸ਼ਨ ਨੇ ਮੈਂ ਚੀਫ ਮਿਨਿਸਟਰ ਬਣਨਾ। ਪਰ ਇੱਕ ਗੱਲ ਤਾਂ ਹੈ ਵੀ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਸੁਨੀਲ ਜਾਖੜ ਹੁਣੀ, ਉਹਨਾਂ ਦਾ ਕਹਿਣਾ ਵੀ ਉਹ ਤਾਂ ਕਾਂਗਰਸ ਨਾਲ ਨੇ, ਸਾਡੇ ਨਾਲ ਹੀ ਰਹਿਣਗੇ, ਜਿਹੜੇ ਕੋਈ ਮਤਭੇਦ ਅਸੀਂ ਦੂਰ ਕਰ ਲਾਂਗੇ। ਦੇਖੋ ਮੇਰੀ ਵੀ ਜਿਹੜੀ ਫੀਲਿੰਗ ਇਹੀ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਛੱਡ ਨਹੀਂ ਸਕਦਾ। ਕਿਉਂਕਿ ਦੂਜੀ ਗੱਲ ਇਹ ਮੈਂ ਕਹਿੰਦਾ ਛੱਡ ਨਹੀਂ ਸਕਦਾ, ਮੈਂ ਕਹਿ ਰਿਹਾ ਹਾਂਜੀ ਚਾਹੁੰਦਾ ਵੀ ਹੋਵੇ ਤਾਂ ਵੀ ਨਹੀਂ ਛੱਡ ਸਕਦਾ। ਕਿਉਂ? ਕਿਉਂਕਿ ਜੇ ਉਹ ਕਾਂਗਰਸ ਛੱਡਦਾ ਹੈ ਦੂਜੇ ਪਾਸੇ ਉਹਨੂੰ ਕੋਈ ਸਕੋਪ ਨਹੀਂ ਦਿਖਦਾ, ਕੋਈ ਐਸੀ ਪਾਰਟੀ ਨਹੀਂ ਦਿਖ ਰਹੀ ਉਹਨੂੰ। ਉਹ 100% ਸੀਐਮ ਆਉਣਾ ਚਾਹੁੰਦਾ, ਅੱਛਾ, ਉਹ 99.999% ਵੀ ਨਹੀਂ ਆਉਣਾ ਚਾਹੁੰਦਾ। ਉਹਨੂੰ ਇਹ ਲੱਗਦਾ ਫੇਰ ਵੀ ਕਾਂਗਰਸ ਪਾਰਟੀ ਤਕੜੀ ਹੈ, ਜਿਵੇਂ 2017 ਚ ਪਲਟਾ ਬਚ ਗਿਆ ਵੀ ਜੇ ਮੈਂ ਲੀਡਰ ਬਣ ਗਿਆ ਕਾਂਗਰਸ ਦਾ ਮੇਰੇ ਮਗਰ ਲੋਕ ਲੱਗ ਜਾਣਗੇ ਤੇ ਮੈਂ ਮੁੱਖ ਮੰਤਰੀ। ਕਾਂਗਰਸ ਪਾਰਟੀ ਤੋਂ ਸੌਖਾ ਆ ਸਕਦਾ ਕਿਸੇ ਹੋਰ ਨਾਲ। ਸੋ ਮੇਰੀ ਸੋਚ ਇਹ ਹੈ ਅੱਛਾ ਵੀ ਉਹ ਕਾਂਗਰਸ ਨਹੀਂ ਛੱਡੂਗਾ, ਉਹ ਸਮਝੌਤਾ ਕਰਾਊਗੀ ਹਾਈ ਕਮਾਂਡ ਉਹਨਾਂ ਦਾ ਅਮਰਿੰਦਰ ਦਾ, ਤੇ ਮੈਂ ਸੁਣਿਆ ਹੋ ਗਿਆ ਜਾਂ ਹੋ ਰਿਹਾ, ਔਰ ਇਹਨਾਂ 'ਚ ਉਹਨੂੰ ਸ਼ਾਇਦ ਪੰਜਾਬ ਦਾ ਪ੍ਰਧਾਨ ਬਣਾ ਦੇਣ, ਜਾਂ ਹੋ ਸਕਦਾ ਰਾਜੇ ਨੂੰ ਟਿਕਾ ਲੈਣ ਵੀ ਤੈਨੂੰ ਭਾਈ ਅਸੀਂ ਤੂੰ ਬਥੇਰਾ ਕਰ ਲਿਆ, ਹੁਣ ਤੈਨੂੰ ਸੈਂਟਰ ਸੂੰਟਰ 'ਚ ਕਿਤੇ ਲੈ ਜਾਂਦੇ ਆ, ਵੀ ਇਹਦੇ ਸਰਕਾਰ ਬਣਾ ਲੈਣ ਦੇ। ਇਦਾਂ ਦੀਆਂ ਸੰਭਾਵਨਾਵਾਂ ਕੋਈ ਚੱਲ ਰਹੀਆਂ ਨੇ। ਜੇ ਇਹ ਸੰਭਾਵਨਾ ਹੋਈਆਂ ਫਿਰ ਤਾਂ ਜਿਹੜਾ ਤੀਜੇ ਬਦਲ ਦੀ ਜਿਹਦੀ ਅਸੀਂ ਗੱਲ ਕਰਦੇ ਹਾਂ ਉਹਦੀ ਕੀ ਪੋਸੀਬਿਲਿਟੀ ਰਹਿ ਜਾਏਗੀ? ਨਹੀਂ ਤੁਸੀਂ ਮੈਨੂੰ ਦੱਸੋ ਜੀ, ਕੀ ਲੋਕ ਕਾਂਗਰਸ ਵਾਲੀਆਂ 10 ਸਾਲ ਦੀਆਂ 5 ਸਾਲ ਦੀਆਂ ਕੀ ਭੁੱਲ ਜਾਣਗੇ? ਨਵਜੋਤ ਸਿੰਘ ਸਿੱਧੂ ਠੀਕ ਹੈ, ਬਹੁਤ ਇਮਾਨਦਾਰ ਲੀਡਰ ਹੈ, ਸਭ ਕੁਝ ਹੈ, ਪਰ ਜੇ ਤੁਸੀਂ ਕਹੋ ਵੀ ਲੋਕਾਂ ਦੀ ਸਾਈਕੋਲੋਜੀ ਇਕੱਲਾ ਬਦਲ ਦੂਗਾ, ਪਾਰਟੀ ਦੀਆਂ ਗੱਲਾਂ ਕਿੱਥੇ ਜਾਣਗੀਆਂ ਜੋ ਪਾਰਟੀ ਨੇ ਕੀਤੀਆਂ ਨੇ? ਹਾਈ ਕਮਾਂਡ ਦੀਆਂ ਗੱਲਾਂ 1984 ਭੁੱਲ ਜਾਣਗੇ ਲੋਕ? ਤੁਸੀਂ ਮੈਨੂੰ ਦੱਸੋ। ਨਹੀਂ ਮੈਂ 84 ਭੁੱਲਣ ਦੀ ਨਹੀਂ ਗੱਲ ਨਹੀਂ ਮਤਲਬ ਉਹੀ ਕਾਂਗਰਸ ਪਾਰਟੀ ਹੈ ਨਾ। ਮੈਂ 84 ਭੁੱਲਣ ਦੀ ਗੱਲ ਨਹੀਂ ਕਰਦਾ, ਪਰ 84 ਤੋਂ ਬਾਅਦ ਦੇਖੋ ਨਾ ਪੰਜਾਬ ਦੇ ਵਿੱਚ ਵੀ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਭਾਜੀ, ਉਹ ਹਾਲਾਤ ਬਣ ਜਾਂਦੇ ਨੇ। ਇੱਕ ਮਿੰਟ, ਤੀਜੀ ਵਾਰੀ ਸਰਕਾਰ ਬਣੀ 84 ਤੋਂ ਬਾਅਦ, ਹਾਲਾਤ ਬਣ ਜਾਂਦੇ ਨੇ। ਦੇਖੋ 92 ਵਾਲੀ ਤਾਂ ਗਿਣੋ ਹੀ ਨਾ ਤੁਸੀਂ, ਉਹ ਤਾਂ ਬਾਈਕਾਟ ਵਾਲੀ ਸਰਕਾਰ ਠੀਕ ਹੈ, ਨਾ ਗਿਣੋ, ਉਹ ਤਾਂ ਗਿਣੋ ਹੀ ਨਾ, ਠੀਕ ਹੈ ਕਿ ਨਹੀਂ। ਉਦੋਂ ਬਾਅਦ ਜਿਹੜੇ ਹਾਲਾਤ ਐਸੇ ਬਣ ਗਏ ਜਦੋਂ ਕੰਪੀਟੀਸ਼ਨ ਹੋ ਗਿਆ, ਉਹ ਤੋਂ ਬਾਅਦ ਦੋ ਚ ਬਣੀ, ਉਹ ਤੋਂ ਬਾਅਦ 17 ਚ ਬਣੀ, ਇਹ ਤੀਜੀ ਸਰਕਾਰ ਹੋ ਗਈ। ਤੀਜੀ ਸਰਕਾਰ ਦੋ ਵਾਰੀ ਬਣ ਗਈ ਨਾ, ਅਮਰਿੰਦਰ ਸਿੰਘ ਦੀ ਕੈਪਟਨ, ਹਾਂਜੀ ਠੀਕ ਹੈ। 2002 ਚ ਲੋਕ ਅਕਾਲੀ ਦਲ ਦੇ ਸਰਕਾਰ ਤੋਂ ਔਖੇ ਸੀ 5 ਸਾਲ ਦੇ, ਉਹਦੇ ਤੋਂ ਤਾਂ ਬਣ ਗਈ। ਐਤਕੀ ਕੋਈ ਦਿਖਿਆ ਨਹੀਂ ਲੋਕਾਂ ਨੂੰ, ਉਹ ਤਾਂ ਬਣ ਗਈ। ਇਹ ਜ਼ਰੂਰੀ ਨਹੀਂ ਹੈ ਵੀ ਜੇ ਨਵਜੋਤ ਸਿੱਧੂ ਬਣ ਜਾਂਦਾ ਵੀ ਉਹ ਮੈਜੋਰਟੀ ਲੈ ਜਾਊਗਾ, ਠੀਕ ਹੈ। ਲੜਾਈ ਤਾਂ ਦੇਖੋ ਜਦੋਂ ਕੋਈ ਪਾਰਟੀ ਲੜਦੀ ਹੈ ਇਲੈਕਸ਼ਨ, ਤਾਂ ਜੇ ਅਮਰਿੰਦਰ ਲੜੂਗਾ ਲੜਾਈ ਫੇਰ ਵੀ ਹੈਗੀ। ਹਾਂਜੀ, ਜੇ ਆਪਾਂ ਕਹਿ ਦਈਏ ਕੇਡਰ ਤਾਂ ਕਾਂਗਰਸ ਦਾ ਹੈਗਾ ਨਾ, ਅੱਛਾ ਕੇਡਰ ਤਾਂ ਕਾਂਗਰਸ ਦਾ ਹੈਗਾ, ਪਰ ਆਪਾਂ ਤਾਂ ਗੱਲ ਕਰਦਾ ਵੀ ਬਦਲ ਇੱਕ ਬੜਾ ਤਕੜਾ ਪਲੇਟਫਾਰਮ ਬਣ ਸਕਦਾ, ਜਿਹੜਾ ਤੀਜਾ ਬਦਲ ਹੈ, ਔਰ ਉਹ ਸਰਕਾਰ ਬਣਾਉਣ ਦੇ ਨੇੜੇ ਲੱਗ ਸਕਦਾ। ਗੱਲ ਆਪਾਂ ਇਹ ਕਰਦੇ ਹਾਂ ਜੀ। ਠੀਕ, ਪਿਆਰੇ ਦਰਸ਼ਕੋ, ਅਸੀਂ ਕੀ ਪੰਜਾਬ ਦੇ ਵਿੱਚ ਤੀਜਾ ਬਦਲ ਦੀਆਂ ਕੀ ਸੰਭਾਵਨਾਵਾਂ ਨੇ ਉਹਦੇ ਬਾਰੇ ਗੱਲਬਾਤ ਕੀਤੀ ਹੈ, ਕੋਸ਼ਿਸ਼ ਕੀਤੀ ਹੈ ਕਿ ਕੀ ਪੋਸੀਬਿਲਿਟੀਆਂ ਬਣਦੀਆਂ ਨੇ। ਅਜੇ ਕਾਫੀ ਸਮਾਂ ਰਹਿੰਦਾ ਹੈ, ਮੇਰਾ ਖਿਆਲ ਪੌਣੇ 2 ਸਾਲ ਦਾ ਤਕਰੀਬਨ ਸਮਾਂ ਰਹਿੰਦਾ ਹੈ ਤੀਜੇ ਬਦਲ ਦੀ ਗੱਲਬਾਤ। ਅੱਜ ਜਿਹੜੀ ਆ ਜਿਸ ਤਰੀਕੇ ਦੀ ਸਥਿਤੀ ਹੈ, ਇੱਕ ਪਾਸੇ ਕਰੋਨਾ ਦੀ ਹਾਲਤ ਹੈ, ਦੂਜੇ ਪਾਸੇ ਚੀਨ ਵਾਲਾ ਮਾਮਲਾ, ਇਹਦੇ ਵਿੱਚ ਕਿਸ ਕਿਸਮ ਦੀ ਸਿਚੁਏਸ਼ਨ ਬਣੇਗੀ ਅਜੇ ਕਹਿਣਾ ਸੰਭਵ ਨਹੀਂਗਾ। ਪੰਜਾਬ ਦੇ ਵਿੱਚ ਯਤਨ ਜ਼ਰੂਰ ਹੋ ਰਿਹਾ, ਆਮ ਆਦਮੀ ਪਾਰਟੀ ਵੀ ਇਸ ਗੱਲ ਦੇ ਵਿੱਚ ਲੱਗੀ ਹੋਈ ਹੈ ਕਿ ਤੀਜਾ ਬਦਲ ਬਣਨਾ ਚਾਹੀਦਾ, ਉਹ ਹੋਰਾਂ ਪਾਰਟੀਆਂ ਨਾਲ ਵੀ ਗੱਲਬਾਤ ਕਰੇਗੀ। ਇੱਧਰੋਂ ਅਕਾਲੀ ਦਲ ਦੇ ਵਿੱਚ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ, ਉਹਦੇ ਨਾਲ ਰਣਜੀਤ ਸਿੰਘ ਬ੍ਰਹਮਪੁਰਾ ਹੁਣੀ ਨੇ, ਸੇਵਾ ਸਿੰਘ ਸੇਖਵਾ ਨੇ, ਕੁਝ ਹੋਰ ਧਿਰਾਂ ਮਿਲ ਕੇ ਇਸ ਕਿਸਮ ਦੇ ਯਤਨ ਉਹਨਾਂ ਆਰੰਭੇ ਹੋਏ ਨੇ। ਕੀ ਇਹ ਯਤਨ ਸੰਭਵ ਹੋ ਜਾਣਗੇ ਜਾਂ ਨਹੀਂ ਹੋਣਗੇ? ਕੀ ਤੀਜਾ ਬਦਲ ਬਣੇਗਾ ਜਾਂ ਨਹੀਂ ਬਣੇਗਾ? ਇਹ ਅਜੇ ਜਿਹੜਾ ਸਮਾਂ ਤੇ ਪਹਿਲਾਂ ਦੀ ਗੱਲ ਹੈ, ਇਹਦੇ ਲਈ ਅਜੇ ਹੋਰ ਸਮਾਂ ਲੱਗੇਗਾ। ਹੋ ਸਕਦਾ ਚੋਣਾਂ ਤੋਂ 6 ਮਹੀਨੇ ਪਹਿਲਾਂ, 8 ਮਹੀਨੇ ਪਹਿਲਾਂ ਇਸ ਕਿਸਮ ਦੀ ਸੰਭਾਵਨਾ ਬਣੇ। ਇਸ ਕਰਕੇ ਅਜੇ ਇਹ ਜਿਹੜਾ ਤੀਜਾ ਬਦਲ ਹੈ, ਇਹਦੇ ਬਾਰੇ ਗੱਲਬਾਤ ਤਾਂ ਸ਼ੁਰੂ ਹੋਈ ਆ, ਇਹ ਬਣ ਜਾਂ ਨਾ ਬਣਨ ਦਾ ਅਜੇ ਉਸ ਕਿਸਮ ਦੀ ਸਥਿਤੀ ਜਿਹੜੀ ਆ ਉਹ ਸਾਡੇ ਸਾਹਮਣੇ ਨਹੀਂ ਹੈਗੀ। ਇਸ ਵੇਲੇ ਜਿਹੜਾ ਮੁੱਖ ਜਿਹੜੀ ਧਿਰ ਕਾਂਗਰਸ ਪਾਰਟੀ ਆ, ਉਹਦੇ ਨਾਲ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਆ। ਇਹਦੇ 'ਚ ਸਵਾਲ ਇਹ ਹੈ ਕਿ ਸੁਖਬੀਰ ਬਾਦਲ ਹੋਣਾ ਦੀ ਜਗ੍ਹਾ ਜਿਹੜੀ ਆ ਉਹ ਢੀਂਡਸਾ ਸਾਹਿਬ ਲੈ ਸਕਣਗੇ ਜਾਂ ਨਹੀਂ ਲੈ ਸਕਣਗੇ, ਇਹ ਵੱਡਾ ਸਵਾਲ ਹੈਗਾ ਵੀ ਮੁੱਖ ਅਕਾਲੀ ਦਲ ਕੌਣ ਬਣੇਗਾ। ਅਕਾਲੀ ਦਲ ਦੇ ਵਿੱਚੋਂ ਜਿਹੜੀ ਮੇਨ ਅਕਾਲੀ ਦਲ ਦੀ ਕੌਣ ਜਗ੍ਹਾ ਲਏਗਾ? ਕੀ ਜਿਹੜੇ ਸੁਖਬੀਰ ਬਾਦਲ ਹੋਣੀ ਐਡੀ ਆਸਾਨੀ ਨਾਲ ਆਪਣੀ ਜਗ੍ਹਾ ਛੱਡ ਦੇਣਗੇ? ਨਹੀਂ, ਇਹੋ ਜਿਹਾ ਕੁਝ ਨਹੀਂ ਹੋਣ ਲੱਗਾ। ਉਹ ਵੀ ਆਪਣੀ ਜਿਹੜੀ ਆ ਅਗਲੀ ਵਾਰੀ ਸੱਤਾ ਦੇ ਉੱਪਰ ਕਾਬਜ ਹੋਣ ਲਈ ਪੂਰਾ ਯਤਨ ਲਾਉਣਗੇ, ਕਿਉਂਕਿ ਉਹ ਐਜ ਇੱਕ ਸੀਓ ਦੀ ਤਰ੍ਹਾਂ ਲੜਨਗੇ, ਤੇ ਸੀਓ ਦਾ ਸਾਰੇ ਜਿਹੜੇ ਸਟੇਕ ਆ ਉਹ ਇਸ ਗੱਲ ਤੇ ਹੁੰਦੇ ਕਿ ਉਹਨੇ ਹਰ ਹਾਲਤ ਦੇ ਵਿੱਚ ਚੋਣ ਜਿੱਤਣ ਦਾ ਯਤਨ ਕਰਨੇ ਹੁੰਦੇ ਆ। ਇਸ ਕਰਕੇ ਸਥਿਤੀ ਜਿਹੜੀ ਕੋਈ ਆਸਾਨ ਨਹੀਂ ਗੀ, ਕਾਫੀ ਡਿਫਿਕਲਟ ਹੈ, ਤੇ ਕਾਫੀ ਅਜੇ ਇਹਦੇ ਉਤਰਾਅ ਚੜਾਅ ਆਉਣੇ ਆ। ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਗਲੇ ਜਿਹੜੇ ਆ ਸਾਲ ਦੇ ਪੌਣੇ 2 ਸਾਲਾਂ ਦੇ ਵਿੱਚ ਹੋਣੀਆਂ।
ਇਸ ਕਰਕੇ ਤੁਹਾਡੇ ਸਵਾਲ ਜਿਹੜੇ ਹੈ ਇਹਨਾਂ ਮਾਮਲਿਆਂ ਦੇ ਉੱਪਰ ਉਹਨਾਂ ਦਾ ਵੈਲਕਮ ਹੈ। ਤੁਸੀਂ ਸਾਨੂੰ ਫੇਸਬੁੱਕ ਤੇ ਵੀ ਸਵਾਲ ਕਰ ਸਕਦੇ ਹੋ, ਉਸ ਤੋਂ ਬਾਅਦ ਜਿਹੜਾ ਸਾਡਾ ਟੀਵੀ ਚੈਨਲ ਹੈ ਗਰਭ ਟੀਵੀ ਦੇ ਉੱਪਰ ਵੀ ਕਰ ਸਕਦੇ ਹੋ, ਬਾਅਦ ਤੇ ਵੀ ਕਰ ਸਕਦੇ ਹੋ। ਜਿਹੜੇ ਤੁਹਾਡੇ ਸਵਾਲ ਹੈ ਉਹਨਾਂ ਦਾ ਵੈਲਕਮ ਰਹੇਗਾ ਤੇ ਅਸੀਂ ਇੱਥੇ ਹੀ ਹੁਣ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਤੇ ਅਗਲੇ ਫਰਾਈਡੇ ਜਿਹੜਾ ਫੇਰ ਮਿਲਾਂਗੇ। ਧੰਨਵਾਦ। ਤੇ ਇਸ ਦੇ ਨਾਲ ਹੀ ਮੈਂ ਬਰਾੜ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਸਾਡਾ ਸਹਿਯੋਗ ਦਿੱਤਾ। ਇੱਕ ਵਾਰੀ ਬਰਾੜ ਸਾਹਿਬ ਤੁਹਾਡਾ ਫੇਰ ਧੰਨਵਾਦ। ਬਹੁਤ ਧੰਨਵਾਦ ਜੀ। 2201 ਸਾਊਥ ਯੂਨੀਅਨ ਵਿਲੇਜ ਬੇਕਰਸਫੀਲਡ ਕੈਲੀਫੋਰਨੀਆ ਵਿਖੇ ਪੰਜਾਬੀ ਭਰਾਵਾਂ ਦਾ ਮਨਪਾਉਂਦਾ ਫਿਊਲ ਨੰਬਰ 1 ਸਟਾਪ ਅਤੇ ਯੂਨੀਅਨ ਵਿਲੇਜ ਵੈਰਾਈਟੀ ਅਤੇ ਤਾਜ਼ੇ ਖਾਣੇ ਦਾ ਭੰਡਾਰ, ਜਿੱਥੇ ਟਰੱਕਾਂ ਵਾਲੇ ਵੀਰਾਂ ਨੂੰ ਸਸਤੇ ਰੇਟਾਂ ਤੇ ਡੀਜ਼ਲ ਅਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸਹੂਲਤ, ਜਿੱਥੇ ਇੰਡੀਅਨ, ਸਪੈਨਿਸ਼ ਤੇ ਵੱਖ-ਵੱਖ ਕਿਸਮਾਂ ਦੇ ਤਾਜ਼ੇ ਫੂਡਸ ਦੀ ਸੁਵਿਧਾ। ਇੱਕ ਵਾਰ ਬ੍ਰੇਕਾਂ ਮਾਰੋ ਫੇਰ ਬ੍ਰੇਕਾਂ ਆਪਣੇ ਆਪ ਹੀ ਲੱਗਦੀਆਂ ਰਹਿਣਗੀਆਂ। ਸਾਨੂੰ ਅਜ਼ਮਾਓ। ਵਧੇਰੇ ਜਾਣਕਾਰੀ ਲਈ ਸੁੱਖੀ ਘੁੰਮਣ ਤੇ ਜੇ ਘੁੰਮਣ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। 661 304 7500, 661 885 88